ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਸਿਮਰੋ ਅੰਗਦ ਦੁਖ ਨਿਕੰਦਨ। ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ। ਸ਼੍ਰੀ ਹਰਿ ਗੋਬਿੰਦ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਮੰਦੋ ਬਾਰ ਬਾਰ ਜਗ ਏਕ ਓੰਕਾਰ ਸਤਿਗੁਰੂ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਵਿਨਾਸ਼ਨ ਸੋਏ। ਦੋਹਰਾ ਇਮ ਕੈ ਤੋਰ ਤੁਰੰਗਮ ਚਲੇ ਇਕ ਸਰਾਏ ਹੀਰੀ ਥਲ ਭਲੇ। ਤਹੀਂ ਸਰੋਵਰ ਸੁੰਦਰ ਹੀਰਾ ਤਿਸ ਕੇ ਤੀਰ ਕਰਿਓ ਗੁਰ ਡੇਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਪਿਛਲੇ ਦਿਨੀ ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਭਾਈ ਮਹਾਂ ਸਿੰਘ ਹੋਰਿਆਂ ਦਾ ਜੰਗ, ਤੇ ਜੰਗ ਤੋਂ ਬਾਅਦ ਸਤਿਗੁਰਾਂ ਨੇ ਮਹਾਂ ਸਿੰਘ ਹੋਰਾਂ ਨੂੰ ਮਿਲਣਾ ਤੇ ਭਾਈ ਮਹਾਂ ਸਿੰਘ ਨੂੰ ਸਹਿਕਦੇ ਵੇਖਣਾ ਤੇ ਉਸ ਨੂੰ ਹੋਸ਼ ਵਿੱਚ ਲਿਆ ਕੇ ਉਹਦੇ ਕੋਲੋਂ ਆਖਰੀ ਮੰਗ ਪੁੱਛਣੀ। ਤੇ ਭਾਈ ਸਾਹਿਬ ਜੀ ਨੇ ਉਸ ਵੇਲੇ ਸਤਿਗੁਰਾਂ ਨੂੰ ਜਿਹੜਾ ਵਿਦਾਵਾ ਲਿਖ ਕੇ ਨੰਬਰਦਾਰਾਂ ਚੌਧਰੀਆਂ ਨੇ ਦੇ ਦਿੱਤਾ ਸੀ, ਮਾਝੇ ਵਾਲਿਆਂ ਨੇ ਰਾਮਿਆਣੇ ਦੀ ਧਰਤੀ 'ਤੇ ਉਹ ਪਾੜਨ ਲਈ ਬੇਨਤੀ ਕੀਤੀ। ਪਾਤਸ਼ਾਹ ਨੇ ਵਿਦਾਵਾ ਪਾੜ ਦਿੱਤਾ। ਉਸ ਤੋਂ ਉਪਰੰਤ ਮਹਾਂ ਸਿੰਘ ਜਿਹੜਾ ਹੈ ਉਹ ਸਰੀਰ ਤਿਆਗ ਕੇ ਗੁਰੂ ਚਰਨਾਂ ਵਿੱਚ ਜਾ ਵਿਰਾਜਿਆ। ਫਿਰ ਪਾਤਸ਼ਾਹ ਜੀ ਨੇ ਸਾਰੇ ਸ਼ਹੀਦਾਂ ਦੇ ਸਰੀਰ ਜਿਹੜੇ ਹਨ ਉਹ ਇਕੱਠੇ ਕੀਤੇ, ਨਾਲ ਲਗਾ ਕਰਕੇ ਬਰਾੜਾਂ ਦੀਆਂ ਫੌਜਾਂ ਨੂੰ, ਔਰ ਉੱਥੋਂ ਹੀ ਇੱਕ ਮਾਈ ਵੀ ਮਿਲੀ ਜਿਸ ਦਾ ਨਾਮ ਇਤਿਹਾਸ ਵਿੱਚ ਮਾਤਾ ਭਾਗ ਕੌਰ ਕਰਕੇ ਆਇਆ। ਪਿਛਲਾ ਨਾਮ ਇਸ ਦਾ ਭਾਗ ਪਰੀ ਸੀ। ਤੋ ਇਸ 'ਤੇ ਵੀ ਬਖਸ਼ਾਂ ਕੀਤੀਆਂ, ਪਰ ਇਹ ਹੁਣ ਪੁੱਤਰ ਦੀ ਦਾਤ ਮੰਗਣ ਦੀ ਬਜਾਏ ਸਤਿਗੁਰਾਂ ਦੇ ਨਾਲ ਹੀ ਚੱਲ ਪਈ ਆ। ਇਸ ਤੋਂ ਉਪਰੰਤ ਪਾਤਸ਼ਾਹ ਜੀ ਨੇ ਅੰਗੀਠਾ ਸੰਭਾਲ ਕੇ ਸਿੰਘਾਂ ਦਾ ਉਹ ਸਾਰੀ ਸਭਾ ਉੱਥੇ ਹੀ ਨੱਪ ਕਰਕੇ ਉਹਦੇ ਉੱਪਰ ਥੜਾ ਬਣਵਾ ਦਿੱਤਾ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਇਹ ਨਿਸ਼ਾਨੀ ਰਹੇ। ਔਰ ਸਰੋਵਰ ਨੂੰ ਜਿਹੜਾ ਹੈ ਢਾਬ ਤੋਂ ਖਿਦਰਾਣੇ ਦੀ ਢਾਬ ਤੋਂ ਇੱਕ ਸਰੋਵਰ ਦਾ ਰੂਪ ਦੇ ਦਿੱਤਾ, ਵਰ ਦੇ ਦਿੱਤਾ ਕਿ ਇਹ ਮੁਕਤਸਰ ਹੈ, ਇਹ ਮੁਕਤਿਆਂ ਦੀ ਧਰਤੀ ਹੈ। ਇਸ ਨੂੰ ਅੱਜ ਤੋਂ ਬਾਅਦ ਅਸੀਂ ਮੁਕਤਸਰ ਕਹਿਣਾ, ਖਿਦਰਾਣੇ ਦੀ ਢਾਬ ਨਹੀਂ ਕਹਿਣਾ। ਉੱਥੋਂ ਮੇਰੇ ਪ੍ਰੀਤਮ ਜੀ ਫਿਰ ਸਿੰਘਾਂ ਨੂੰ ਕਹਿੰਦੇ ਚਲੋ ਆਪਾਂ ਅੱਗੇ ਚੱਲਦੇ ਹਾਂ। ਹੁਣ ਇੱਥੋਂ ਮੇਰੇ ਪ੍ਰੀਤਮ ਜੀ ਘੋੜੇ 'ਤੇ ਸਵਾਰ ਹੋਏ, ਬਰਾੜਾਂ ਦੀ ਫੌਜ ਨਾਲ ਸਵਾਰ ਹੋਈ। ਔਰ ਮੁਕਤਸਰ ਸਾਹਿਬ ਦਾ ਮੇਲਾ ਜੋ ਸਾਹਮਣੇ ਆਉਣ ਵਾਲਾ ਹੈ ਮਾਘੀ 'ਤੇ, ਸਤਿਗੁਰਾਂ ਦਾ ਹੁਕਮ ਸੀ ਕਿ ਮਕਰ ਸੰਗਰਾਂਦ ਭਾਵ ਮਾਘੀ 'ਤੇ ਇੱਥੇ ਮੇਲਾ ਲੱਗਿਆ ਕਰੇਗਾ। शहीदों की चिताओं पे लगेंगे हर बरस मेले, देश और धर्म पे मरने वालों का यही आखिरी निशान होगा। तो ये निशानियां करके सतगुरु पातशाह फौजां समेत अगे चलते हैं, किधर नूं जाते हैं, ये विचारा हुण आपां आरंभ करके सरवण करिए। उस तो पहला अपनियां ते दासां दीयां गुरु चरनां विच लवाओ हाजरियां। गुरु का बख्शिया फतेह का नारा करो बुलंद गज के आखो जी
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਹਿਮ ਕੈ ਤੋਰ ਤਰੰਗਮ ਚਲੇ, ਇੱਕ ਸਰਾਏ ਹੇਰੀ ਥਲ ਭਲੇ। ਮੇਰੇ ਪ੍ਰੀਤਮ ਜੀ ਸਿੰਘਾਂ ਨੂੰ ਕਹਿੰਦੇ, ਬੈਰਾੜਾਂ ਨੂੰ ਕਹਿੰਦੇ, ਜੋ ਫੌਜ ਨਾਲ ਹੈ ਚਲੋ ਵੀ ਚੱਲੀਏ। ਤੇ ਪਾਤਸ਼ਾਹ ਆਪਣੇ ਘੋੜੇ ਤੇ ਸਵਾਰ ਹੋਏ ਤੇ ਨਾਲ ਫੌਜਾਂ ਚੱਲ ਪਈਆਂ ਜੇ। ਤਹੀ ਸਰੋਵਰ ਸੁੰਦਰ ਹੀਰਾ, ਤਿਸ ਕੇ ਤੀਰ ਕਰਿਓ ਗੁਰ ਡੇਰਾ। ਇੱਥੋਂ ਪਾਤਸ਼ਾਹ ਅੱਗੇ ਚੱਲਦੇ ਹਨ ਤੇ ਰਸਤੇ ਦੇ ਵਿੱਚ ਇੱਕ ਥਾਂ ਤੇ ਸੁੰਦਰ ਪਾਣੀ ਦਾ ਸੋਮਾ, ਸਰੋਵਰ ਕਹਿ ਦਿਓ, ਢਾਬ ਕਹਿ ਦਿਓ, ਦਿਖਾਈ ਦਿੱਤੀ ਆ। ਪਾਤਸ਼ਾਹ ਕਹਿੰਦੇ ਇਸ ਢਾਬ ਦੇ ਕੋਲ, ਇਸ ਸਰੋਵਰ ਦੇ ਕੋਲ ਆਪਾਂ ਉਤਾਰਾ ਕਰੋ, ਇੱਥੇ ਪੜਾ ਕਰਦੇ ਹਾਂ। ਜੈ ਕੈ ਉਤਰ ਤੁਰੰਗ ਲਗਾਏ, ਤ੍ਰਿਨ ਕਾਸ਼ਟ ਇਕੱਠੇ ਕਰਵਾਏ। ਔਰ ਸਤਿਗੁਰੂ ਵੀ ਉਤਰ ਗਏ, ਸਿੰਘ ਵੀ ਉਤਰ ਗਏ। ਘੋੜਿਆਂ ਨੂੰ ਇੱਧਰ ਉੱਧਰ ਦਰਖਤਾਂ ਨਾਲ ਬੰਨ੍ਹ ਦਿੱਤਾ ਹੈ ਤੇ ਘੋੜਿਆਂ ਵਾਸਤੇ ਘਾਹ ਦਾਣਾ ਤੇ ਸੁੱਕੀਆਂ ਲੱਕੜਾਂ ਲੰਗਰ ਵਾਸਤੇ ਸਿੰਘ ਜੰਗਲ ਚੋਂ ਇਕੱਠੀਆਂ ਕਰਨ ਲੱਗੇ ਜੇ। ਵਿਚਰਤ ਪਏ ਸਿੰਘ ਜੈ ਕਹਾਂ, ਏਕ ਸਾਧ ਕੋ ਆਸ਼ਰਮ ਤਹਾਂ। ਜਦੋਂ ਉਹ ਸਿੰਘ ਜੰਗਲ ਦੇ ਵਿੱਚ ਵਿਚਰਨ ਲੱਗੇ, ਕੋਈ ਘਾਹ ਲੈਣ ਗਿਆ, ਕੋਈ ਲੱਕੜਾਂ ਲੈਣ ਗਿਆ, ਕਿਉਂਕਿ ਹੁਣ ਲੰਗਰ ਵੀ ਤਿਆਰ ਕਰਨਾ ਸਿੰਘਾਂ ਨੇ ਇੱਥੇ। ਤਾਂ ਕੀ ਹੋਇਆ? ਭੋਜਨ ਲਗਿਓ ਸੇਵਕਨ ਸੋਈ, ਪਰਲੇ ਤੀਰ ਤਾਲ ਕੇ ਹੋਈ। ਔਰ ਗੁਰੂ ਪਿਆਰਿਓ, ਉਹ ਆਪਣੇ ਸੇਵਕਾਂ ਨੂੰ ਪੁੱਛਣ ਲੱਗੇ ਹੈ। ਕੌਣ? ਵਿਚਰਦਿਆਂ ਹੋਇਆਂ ਇੱਕ ਸਾਧ ਦਾ ਡੇਰਾ ਵੇਖਿਆ, ਔਰ ਸਾਧ ਦਾ ਜਿਹੜਾ ਡੇਰਾ ਸੀ ਉੱਥੇ ਸਾਧ ਸੀ। ਤੇ ਸਾਧ ਆਪਣੇ ਸੇਵਕਾਂ ਨੂੰ ਪੁੱਛਦਾ, ਕਹਿੰਦੇ ਉਹ ਸਰੋਵਰ ਦੇ ਪਰਲੇ ਪਾਸੇ। ਭੋਜਨ ਲਗਿਓ ਸੇਵਕਨ ਸੋਈ, ਪਰਲੇ ਤੀਰ ਤਾਲ ਕੇ ਹੋਈ। ਆਪਣੇ ਸਰੋਵਰ ਦੇ ਪਰਲੇ ਪਾਸੇ। ਤਾਰਿਓ ਕੌਣ ਬੋਲ ਸੁਨਿਅੰਤੇ, ਕਿਤ ਤੇ ਆਏ ਮਨੰਤੇ। ਕੌਣ ਉਤਰਿਆ ਹੈ ਆਪਣੇ ਨੇੜੇ ਆ ਕੇ? ਆਵਾਜ਼ਾਂ ਸੁਣਦੀਆਂ ਹਨ। ਤਿਸ ਕੇ ਦਾਸਨ ਦਿਓ ਬਤਾਈ, ਗੁਰੂ ਮਰੇਲਾ ਉਤਰਿਓ ਆਈ। ਤਾਂ ਉਹਨਾਂ ਦੇ ਦਾਸਾਂ ਨੇ, ਉਹਨਾਂ ਦੇ ਸੇਵਕਾਂ ਨੇ ਉਹ ਸਾਧੂ ਨੂੰ ਦੱਸਣਾ ਕੀਤਾ ਹੈ ਕਿ ਮਹਾਰਾਜ ਇੱਥੇ ਉਤਰਿਆ ਗੁਰੂ ਮਰੇਲਾ। ਮਰੇਲਾ ਭਾਵ ਫੌਜਾਂ ਦੇ ਨਾਲ ਜੰਗ ਕਰਦਾ ਹੋਇਆ ਜੋ ਆ ਰਿਹਾ ਹੈ। ਤੁਰਕਨ ਸੰਗ ਜੰਗ ਕਰ ਭਾਰੇ, ਕੀਤੀ 12,000 ਗਾਰੇ। ਜਿਹੜਾ ਕਿ ਤੁਰਕਾਂ ਨੂੰ ਮਾਰਨ ਵਾਲਾ ਹੈ ਗੁਰੂ ਗੋਬਿੰਦ ਸਿੰਘ, ਕਿਉਂਕਿ ਮਸ਼ਹੂਰ ਹੋ ਗਏ ਸਤਿਗੁਰੂ ਆਲ ਵਰਲਡ ਦੇ ਵਿੱਚ ਹੀ, ਅੱਜ ਤਾਂ ਜਾਣੇ ਜਾਂਦੇ ਆ। ਉਦੋਂ ਵੀ ਲੋਕਾਂ ਨੂੰ ਪਤਾ ਸੀ, 7-8 ਮਹੀਨੇ ਤਾਂ ਅਨੰਦਪੁਰ ਨੂੰ ਘੇਰਾ ਪਿਆ ਰਿਹਾ। ਤੇ ਸੇਵਕਾਂ ਨੇ ਦੱਸਿਆ ਕਿ ਇੱਥੇ ਉਹ ਗੁਰੂ ਉਤਰਿਆ ਜਿਹਨੇ ਤੁਰਕਾਂ ਦੇ ਨਾਲ ਕਈ ਜੰਗ ਕੀਤੇ ਹਨ ਤੇ ਕਿੰਨੀ ਵਾਰੀ ਹਜ਼ਾਰਾਂ ਹੀ ਤੁਰਕ ਮਾਰੇ ਹਨ। ਸੁਣਤ ਸਾਧ ਬੂਝਨ ਲਗ ਫੇਰੀ, ਅਰਬ ਲਾ ਕੀਤੀ ਗੁਰ ਕੀਰੀ। ਇਹ ਗੁਰੂ ਕਿੰਨੀ ਕੁ ਉਮਰ ਦਾ ਭਲਾ ਤੁਸੀਂ ਵੇਖ ਕੇ ਆਏ ਹੋ? ਕੇਤਕ ਸਿੱਖ ਸੇਵਕ ਹੈ ਸੰਗ, ਉਤਰਿਓ ਆਣ ਕਰਤ ਹੀ ਜੰਗ। ਔਰ ਉਹਦੇ ਨਾਲ ਸਿੱਖ ਸੇਵਕ ਕਿੰਨੇ ਕੁ ਹਨ ਜਿਹੜਾ ਜੰਗ ਕਰਦਾ ਹੋਇਆ ਇੱਥੇ ਪਹੁੰਚਿਆ? ਕਹਾਂ ਸਿੰਘ ਸੋ ਵਿਚਰਤ ਗਏ, ਬੂਝੀ ਬਾਤ ਬਤਾਵਤ ਭਈ। ਤਾਂ ਘੁੰਮਦੇ ਘੁੰਮਦੇ ਸਿੰਘ ਵੀ ਜੰਗਲ ਵਿੱਚ ਵਿਚਰਦੇ ਵਿਚਰਦੇ ਉਹ ਸਾਧ ਦੇ ਕਿਲੇ ਪਹੁੰਚ ਗਏ ਕਿਤੇ। ਤੇ ਸਾਧ ਨੇ ਇਹਨਾਂ ਨੂੰ ਪੁੱਛਿਆ ਸਿੰਘਾਂ ਨੂੰ, ਤਾਂ ਦੱਸਣ ਲੱਗੇ ਵਰਸ 30 ਤੇ ਉੱਪਰ ਚਰੇ, 40 ਸੰਮਤ ਕੇ ਲਖ ਤਰੇ। ਕਹਿਣ ਲੱਗੇ ਉਹਨਾਂ ਦੇ ਚੇਲੇ ਸਾਧ ਦੇ, ਕਹਿੰਦੇ ਜੀ ਉਮਰ ਉਹਨਾਂ ਦੀ ਕੋਈ 30 ਤੋਂ ਉੱਤੇ ਤੇ 40 ਤੋਂ ਥੱਲੇ ਆ, ਇੰਨੀ ਕੁ ਉਮਰ ਲੱਗਦੀ ਹੈ। ਸੁਣਤ ਸਾਧ ਤਰ ਕਤਨ ਕਹਿ ਬੈਨਾ, ਤਿਸ ਗੁਰ ਤੇ ਹਮਨੇ ਕਿਆ ਲੈਣਾ। ਤੇ ਸਾਧ ਕਹਿੰਦਾ ਛੱਡ ਪਰੇ, ਕੱਲ ਦਾ ਜਵਾਕ ਹੈ, ਆਪਾਂ ਕੀ ਲੈਣਾ, ਇਹਦੀ ਉਮਰ ਵੱਡੀ ਸੀ ਸਾਧ ਦੀ ਬਾਹਲੀ। ਤੇ ਇਸੇ ਕਰਕੇ ਜਿਵੇਂ ਗੋਰਖਨਾਥ ਦੇ ਚੇਲੇ ਜੋਗੀ ਜਦ ਬਾਬੇ ਨਾਨਕ ਨਾਲ ਚਰਚਾ ਕਰਦੇ ਨੇ ਤਾਂ ਉਹ ਹਾਰ ਜਾਂਦੇ ਆ, ਪਰ ਬਾਬੇ ਨਾਨਕ ਜੀ ਦੀ ਉਮਰ ਦੇਖ ਕੇ ਹੈਰਾਨ ਹੁੰਦੇ ਆ ਵੀ ਸਾਡਾ ਗੋਰਖਨਾਥ ਇੰਨੀ ਉਮਰ ਦਾ ਤੇ ਇਹ ਛੋਟਾ ਜਿਹਾ, ਇਹਨੂੰ ਇੰਨਾ ਗਿਆਨ ਕਿਵੇਂ ਆ। ਜਦ ਗੋਰਖਨਾਥ ਨੂੰ ਮਿਲੇ ਤੇ ਗੋਰਖਨਾਥ ਨੇ ਵੀ ਕਿਹਾ ਵੀ ਤੂੰ ਇੰਨਾ ਗਿਆਨ ਕਿਵੇਂ ਪ੍ਰਾਪਤ ਕਰ ਲਿਆ, ਮੈਂ ਤਾਂ ਬੜਾ ਪੁਰਾਤਨ ਸਾਧ ਹਾਂ, ਇੰਨਾ ਗਿਆਨ ਮੈਨੂੰ ਨਹੀਂ ਹੋਇਆ। ਬਾਬਾ ਜੀ ਕਹਿੰਦਾ ਮੈਂ ਵੀ ਪੁਰਾਤਨ ਹਾਂ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਵੀ ਬਹੁਤ ਪੁਰਾਤਨ ਹਾਂ, ਮੈਂ ਵੀ ਅੱਜ ਦਾ ਨਹੀਂ। ਬਸ ਫਰਕ ਇੰਨਾ ਹੀ ਹੈ ਵੀ ਤੂੰ ਪੁਰਾਣੇ ਗੁੱਦੜ ਨਾਲ ਦੋਸਤੀ ਪਾ ਕੇ ਬੈਠਾ, ਮੋਹ ਪਾ ਕੇ ਬੈਠਾ, ਮੈਂ ਬਾਰ-ਬਾਰ ਚੋਲਾ ਬਦਲ ਕੇ ਆਉਣਾ। ਰੂਹ ਤਾਂ ਉਹੀ ਹੈ ਨਾ, ਜਿਵੇਂ 10 ਜਾਮਿਆਂ ਵਿੱਚ ਵੀ ਉਹੀ ਵਰਤੀ, ਇਸੇ ਤਰ੍ਹਾਂ ਇਹ ਰੂਹ ਜਿਹੜੀ ਹੈ ਨਿਰੰਕਾਰ ਦੀ ਹੈ। ਹੁਣ ਗੋਰਖਨਾਥ ਨੇ ਯੋਗ ਸਾਧਨਾ ਕਰ ਕਰਕੇ ਆਪਣੀ ਉਮਰ ਵਧਾਈ ਹੋਈ ਸੀ ਸਵਾਸ ਰੋਕ ਰੋਕ ਕੇ। ਤੇ ਪਾਤਸ਼ਾਹ ਕਹਿੰਦੇ ਤੂੰ ਪੁਰਾਣੇ ਗੁੱਦੜ ਨਾਲ ਮਿੱਤਰਤਾ ਪਾ ਕੇ ਬੈਠਾ, ਦੋਸਤੀ ਪਾ ਕੇ ਬੈਠਾ, ਤੂੰ ਸਰੀਰ ਛੱਡਣ ਨੂੰ ਜੀ ਨਹੀਂ ਕਰਦਾ ਤੇਰਾ ਆਹ। ਤੇ ਮੈਂ ਇਹੋ ਜਿਹੇ ਸਰੀਰ ਕਈ ਵਾਰੀ ਵਰਤੇ ਤੇ ਕਈ ਵਾਰੀ ਛੱਡੇ, ਮੈਂ ਵੀ ਬੜਾ ਪੁਰਾਤਨ ਹਾਂ। ਇਸੇ ਤਰ੍ਹਾਂ ਹੁਣ ਇਹ ਸਾਧ ਨੂੰ ਹੋ ਗਿਆ ਹੰਕਾਰ।
ਸੁਣ ਕੇ ਆਪਣੇ ਚੇਲਿਆਂ ਤੋਂ, ਕਹਿੰਦਾ ਜੀ ਕੋਈ 30 ਤੋਂ ਉੱਤੇ ਆ, 40 ਤੋਂ ਘੱਟ ਆ, ਚੱਲ ਛੱਡੋ ਫਿਰ ਇਹੋ ਜੇ, ਤੂੰ ਆਪਾਂ ਕੀ ਲੈਣਾ। ਸੁਣਤ ਸਾਧ ਤਰਕਤ ਕਹਿ ਬੈਨਾ, ਤਿਸ ਗੁਰ ਤੇ ਹਮਨੇ ਕਿਆ ਲੈਣਾ। ਚੱਲ ਫਿਰ ਆਪਾਂ ਕੀ ਲੈਣਾ, ਛੱਡੋ ਖਹਿੜਾ। ਸਦੀ ਸਾਧ ਨਾ ਹੋਈ ਨਾ ਕੋਈ, ਸ਼ਾਂਤ ਸਮੇਤ ਨਹੀਂ ਚਿਤ ਹੋਈ। ਇਹਦੀ ਕੋਈ ਸਾਧਨਾ ਨਹੀਂ ਹੋਵੇਗੀ। 30 ਸਾਲ 'ਚ ਬੰਦਾ ਕਿੰਨੀ ਕੁ ਸਾਧਨਾ ਕਰ ਲੂਗਾ, ਉਹਦਾ ਖਿਆਲ ਆ ਸਾਧ ਦਾ। ਕਹਿੰਦੇ ਇਹਨੇ ਕੋਈ ਖਾਸ ਸਾਧਨਾ ਨਹੀਂ ਕੀਤੀ, ਜੀਵਨ ਦੇ ਵਿੱਚ ਸਿਮਰਨ ਨਹੀਂ ਕੀਤਾ ਹੋਣਾ, ਇਹਦੇ ਕੋਲੇ ਕਿੱਥੇ ਚਿੱਤ ਦੀ ਸ਼ਾਂਤੀ ਹੋਵੇਗੀ। ਕੋ ਕਹੋ ਸਿੰਘ ਸੁਣਿਆਏ, ਤਰ ਕਰਿ ਦੇ ਕਰਕਤ ਖਨਸਾਏ। ਔਰ ਕਿਤੇ ਸਿੰਘਾਂ ਨੇ ਵੀ ਇਹਨਾਂ ਦੀਆਂ ਗੱਲਾਂ ਸੁਣ ਲਈਆਂ, ਇਹ ਚੇਲਿਆਂ ਦੀਆਂ ਤੇ ਸਾਧ ਦੀਆਂ ਗੱਲਾਂ ਕਿਤੇ ਵਿਚਰਦੇ ਸਿੰਘਾਂ ਨੇ ਸੁਣ ਲਈਆਂ। ਸਿੰਘਾਂ ਨੇ ਆ ਕੇ ਉਹ ਗੱਲਾਂ ਮੇਰੇ ਪ੍ਰੀਤਮ ਨੂੰ ਦੱਸ ਦਿੱਤੀਆਂ। ਮੇਲੇ ਆਨ ਜਬ ਸਤਿਗੁਰ ਪਾਸ, ਕਹੀ ਸਾਧ ਕੀ ਕਰੀ ਪ੍ਰਕਾਸ਼। ਜਿਹੜੀ ਸਾਧ ਨੇ ਗੱਲ ਕਹੀ ਆ, ਚੱਲ ਆਪਾਂ ਕੀ ਲੈਣਾ, ਹੋਊਗਾ ਕੋਈ, ਇਹਦੀ ਕੋਈ ਸਾਧਨਾ ਨਹੀਂ ਹੋਣੀ ਲੱਗਦਾ। ਮਹਾਰਾਜ ਐਂ ਕਹਿੰਦਾ, ਉਹ ਪਰਲੇ ਪਾਸੇ ਇੱਕ ਸਾਧ ਬੈਠਾ ਹੈ। ਸੁਣ ਕਰ ਕਹਿਓ ਸਾਧ ਬਹੁ ਦਿਨ ਕੋ, ਆਰ ਬਲਾ ਗੁਮਾਨ ਬਹੁ ਮਨ ਕੋ। ਬਾਦਸ਼ਾਹ ਕਹਿੰਦੇ ਸਿੰਘੋ, ਇਹ ਸਾਧ ਦੀ ਉਮਰ ਬਹੁਤ ਵੱਡੀ ਆ, ਉਹ ਤਾਂ ਜਾਨੀ ਜਾਨ ਆ, ਉਹਨਾਂ ਤੋਂ ਦੁਨੀਆ ਐਂ ਦਿਸ ਰਹੀ ਹੈ ਜਿਵੇਂ ਹੱਥ ਉੱਤੇ ਔਲਾ ਰੱਖਿਆ ਹੋਵੇ। ਕਹੋ ਸਤਨਾਮ। ਬਾਦਸ਼ਾਹ ਕਹਿੰਦੇ ਸਿੰਘੋ, ਇਹ ਸਾਧ ਨੂੰ ਲੱਗਦਾ ਹੈ ਆਪਣੀ ਉਮਰ ਦਾ ਹੰਕਾਰ ਹੋ ਗਿਆ। ਚੇਤਕ ਚੇਲ ਕਾ ਤਿਸ ਕੀ ਆਏ, ਦਰਸ਼ਨ ਕਰੇ ਥਿਰੇ ਤਿਸ ਥਾਏ। ਔਰ ਇਸ ਤਰ੍ਹਾਂ ਉਹ ਸਾਧ ਦੇ ਚੇਲੇ ਆਏ ਤੇ ਉਹਨਾਂ ਨੇ ਆ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ। ਤਬ ਸਿੱਖਨ ਬੂਝੋ ਪ੍ਰਭ ਸਾਥ, ਬੈਸ ਸਾਧ ਕੀ ਕੀਤਕ ਨਾਥ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਸਾਧ ਦੇ ਚੇਲਿਆਂ ਨੂੰ ਪੁੱਛਿਆ ਵੀ ਤੁਹਾਡੇ ਸਾਧੂ ਦੀ ਉਮਰ ਕਿੰਨੀ ਕੁ ਹੈ। ਜਿਸ ਕੋ ਕਰ ਗੁਮਾਨ ਬਹੁ ਰਹਿਓ, ਤਰਕ ਤਰਾਵਰ ਕੋ ਬਚ ਕਹਿਓ। ਜਿਸ ਨੇ ਸਾਨੂੰ ਇਹੋ ਜਿਹੇ ਬਚਨ ਕੀਤੇ ਤਰਕ ਦੇ ਨਾਲ, ਜਿਹਦਾ ਉਹਨੂੰ ਬੜਾ ਹੰਕਾਰ ਹੋ ਰਿਹਾ ਹੈ। ਗੁਰ ਕੇ 5000 ਬਰਸ, ਖਟ ਬੀਹਾ ਉਪਰ ਪੇ ਸਰਸ। ਤਾਂ ਗੁਰੂ ਪਿਆਰਿਓ, ਉਹ ਚੇਲੇ ਕਹਿਣ ਲੱਗੇ, ਮਹਾਰਾਜ ਜੀ 5000 ਖਟ ਬੀਹਾਂ 120, 5120 ਸਾਲ ਦੀ ਉਮਰ ਹੈ ਉਹਦੀ। ਸਵਾਸ ਨਿਕਟ ਸਮਾਦ ਲਗਾਵੇ, ਵੈਸੇ ਸਮਤ ਕਿਤਕ ਬਿਤਾਵੇ। ਮਹਾਰਾਜ ਜੀ ਕਿੰਨਾ ਕਿੰਨਾ ਲੰਮਾ ਸਮਾਂ ਉਹ ਸਵਾਸ ਰੋਕ ਕੇ ਬੈਠਾ ਰਹਿੰਦਾ। ਇਹਦੇ ਸਾਧ ਦੇ ਚੇਲੇ ਦੱਸਦੇ ਆ, ਲੰਬਾ ਸਮਾਂ ਉਹ ਸਵਾਸ ਰੋਕ ਕੇ ਬੈਠਾ ਰਹਿੰਦਾ। ਕਿੰਨਾ ਕਿੰਨਾ ਚਿਰ ਬੈਠਾ ਰਹਿੰਦਾ, ਫਿਰ ਸਵਾਸਾਂ ਨੂੰ ਥੱਲੇ ਲਾਉਂਦਾ, ਥੋੜਾ ਬਹੁਤਾ ਵਿਚਰਦਾ, ਫਿਰ ਬਹਿ ਜਾਂਦਾ। ਇਸ ਨਾਲ ਕੀ ਹੋਇਆ ਭਲਾ, ਜਿਵੇਂ ਬੈਂਕ ਬੈਲੈਂਸ ਹੈ, ਜੇ ਕਢਾਈ ਜਾਓਗੇ ਤਾਂ ਮੁੱਕ ਜੂਗਾ, ਜੇ ਪਿਆ ਰਵੇ ਤਾਂ ਭਾਵੇਂ ਤੁਹਾਡੀਆਂ 7 ਪੁਸ਼ਤਾਂ ਤੱਕ ਪਿਆ ਰਵੇ। ਕਹੋ ਸਤਨਾਮ। ਤੇ ਇਸੇ ਤਰ੍ਹਾਂ ਸਾਡੇ ਸਵਾਸਾਂ ਦਾ ਬੈਲੈਂਸ ਹੈ, ਜਿੰਨਾ ਕੁ ਵਰਤਾਂਗੇ ਓਨਾ ਵਰਤਿਆ ਜਾਊਗਾ, ਜਿੰਨਾ ਪ੍ਰਭੂ ਨੇ ਦਿੱਤਾ ਮਿਲਣਾ ਓਨਾ ਹੀ ਆ। ਕੋਈ ਆਪਦੀ ਮਰਜ਼ੀ ਨਾਲ ਉਮਰ ਵਧਾ ਨਹੀਂ ਸਕਦਾ ਗਾ। ਹਾਂ, ਜਿੰਨੇ ਸਵਾਸ ਉਹਨੂੰ ਦਿੱਤੇ ਆ ਉਹਨੇ ਵਰਤਾਂਗੇ, ਪਰ ਜੇ ਕੋਈ ਵਰਤਣਾ ਰੋਕ ਦੇਵੇ ਤਾਂ ਉਹ ਦਿਨ ਟੱਪ ਜਾਂਦੇ ਨੇ, ਦਿਨ ਤਾਂ ਗਿਣਤੀ 'ਚ ਆ ਗਏ ਨਾ, ਤੇ ਸਵਾਸ ਉਹਨੇ ਵਰਤੇ ਨਹੀਂ। ਇਸ ਕਰਕੇ ਇਦਾਂ ਦੀਆਂ ਉਮਰਾਂ ਵੱਧ ਜਾਂਦੀਆਂ ਸੀ। ਗੋਰਖਨਾਥ ਨੇ ਵੀ ਵਧਾਈ ਹੋਈ ਸੀ। ਖੈਰ, ਕਹਿਣ ਲੱਗਿਆ ਜੀ ਉਹ ਕਈ ਸਾਲ ਸਮਾਧੀ ਲਾ ਕੇ ਬੈਠਾ ਰਹਿੰਦਾ ਹੈ। ਏ ਮਹੰਤ ਜੀ ਸਿੱਖ ਸੁਣ ਗਏ, ਤੁਮਰੇ ਕਹੀ ਬਤਾਵਤ ਪਏ। ਤੇ ਇੰਨੀ ਗੱਲ ਕਹਿ ਕੇ ਸਾਧ ਵਾਪਸ ਚਲੇ ਗਏ ਚੇਲੇ ਸਾਧ ਕੋਲੇ। ਤੇ ਜਾ ਕੇ ਸਾਧ ਨੂੰ ਦੱਸਦਾ, ਕਹਿੰਦੇ ਬਾਬਾ ਜੀ ਆਪਣੀਆਂ ਗੱਲਾਂ ਸਿੱਖ ਸੁਣ ਗਏ। ਉਹਨਾਂ ਨੇ ਜਾ ਕੇ ਗੁਰੂ ਸਾਹਿਬ ਨੂੰ ਦੱਸ ਦਿੱਤਾ ਹੈ। ਇੱਕ ਸਬਦਨ ਤੇ ਗੁਰੂ ਬਖਾਨੀ, ਆਰ ਬਲਾ ਕੋ ਸਾਧ ਗੁਮਾਨੀ। ਅੱਛਾ, ਫਿਰ ਕੀ ਕਿਹਾ ਉਹਨੇ? ਮਹਾਰਾਜ ਉਹ ਗੁਰੂ ਕਹਿੰਦਾ ਇਹ ਸਾਧ ਨੂੰ ਉਮਰ ਦਾ ਹੰਕਾਰ ਹੋਇਆ ਲੱਗਦਾ ਹੈ। ਸਿੰਘਨ ਬੂਜੀ ਬੈਸ ਤੁਮਾਰੀ, ਸੋ ਸਗਰੀ ਤਤਕਾਲ ਉਚਾਰੀ। ਤੇ ਉਹ ਸਾਨੂੰ ਕਹਿੰਦੇ ਤੁਹਾਡੇ ਬਾਬੇ ਦੀ ਉਮਰ ਕਿੰਨੀ ਕੁ ਹੈ, ਤੁਹਾਡੇ ਸਾਧ ਦੀ ਉਮਰ ਕਿੰਨੀ ਕੁ ਹੈ? ਅਸੀਂ ਦੱਸਦੀ ਮਹਾਰਾਜ 5120 ਸਾਲ ਦਾ ਹੈ। 5026 ਔਰ ਹਮਨੇ ਸੁਣੀ ਹੋ ਤੋ ਤਿਸ ਠੌਰ। ਅਸੀਂ ਜਿਵੇਂ ਸੁਣਿਆ ਸੀ ਉਵੇਂ ਦੱਸ ਦਿੱਤਾ ਵੀ ਤੁਹਾਡੀ ਇੰਨੀ ਉਮਰ ਹੈ। ਕਹਿਤ ਸਾਧ ਆਚਾਰਜ ਸਮੇਤੀ, ਇਤਕ ਬੈਸ ਮੈਂ ਸੋਚੀਤੀ।
ਹੁਣ ਸਾਧ ਨੂੰ ਪਤਾ ਲੱਗ ਗਿਆ ਵੀ ਮੇਰੀ ਗੱਲ ਬੁੱਝ ਲਈ ਆ ਵੀ ਮੈਨੂੰ ਹੰਕਾਰ ਹੈ, ਵਾਕਈ 5000 ਸਾਲ ਦਾ ਮੈਂ ਬੈਠਾ ਇੱਥੇ। ਕਹੋ ਸਤਿਨਾਮ। ਸ੍ਰੀ ਵਾਹਿਗੁਰੂ। ਕਹਿੰਦਾ ਯਾਰ ਇੰਨੀ ਕੁ ਉਮਰ ਚ ਉਹਨੂੰ ਇੰਨੀ ਸੋਝੀ ਕਿਵੇਂ ਆ ਗਈ ਕਿ ਮੈਨੂੰ ਹੰਕਾਰ ਹੋ ਗਿਆ ਹੈ। ਸਕਲ ਕਲਾ ਸਮਰੱਥ ਗੁਰ ਪੂਰਾ ਕਰਨੋ ਚਿਤ ਤਿਨ ਦਰਸ਼ਨ ਰੂਰਾ। ਫੇਰ ਤਾਂ ਸਰਬ ਕਲਾ ਸਮਰੱਥ ਲੱਗਦਾ ਹੈ, ਮੈਨੂੰ ਵੀ ਦਰਸ਼ਨ ਕਰਨੇ ਚਾਹੀਦੀ ਐ ਐਸੇ ਗੁਰੂ ਦੇ। ਸਾਧ ਨੇ ਸੋਚਿਆ ਉਠਿਓ ਤੁਰਤ ਲੈ ਹੱਥ ਸਟੋਰੀ ਸਨੇ ਸਨੇ ਗਮਨਿਓ ਪ੍ਰਭ ਔਰੀ। ਹੁਣ ਸੋਟੀ ਨਾਲ ਤੁਰਦਾ ਸੀ, ਸਰੀਰ ਤਾਂ ਅਕਸਰ ਸਰੀਰ ਹੈ ਨਾ, ਇਹਨੇ ਤਾਂ ਉਮਰ ਦੇ ਹਿਸਾਬ ਨਾਲ ਬੁੱਢਾ ਹੋਣਾ ਹੀ ਹੈ, ਤਾਂ ਹੱਥ ਵੀ ਸੋਟੀ ਫੜ ਕੇ ਤੁਰਦਾ ਹੈ। ਸੋਟੀ ਚੱਕੀ ਆ, ਹੌਲੀ ਹੌਲੀ ਤੁਰਦਾ ਤੁਰਦਾ ਚੇਲਿਆਂ ਨੂੰ ਮੂਹਰੇ ਲਾ ਕੇ ਆਗੇ ਗੁਰ ਕੋ ਲੱਗਿਓ ਦੀਵਾਨ ਕਰਤ ਸਿੰਘ ਰਹਿ ਰਾਸ ਬਖਾਨ। ਸ਼ਾਮਾਂ ਦਾ ਸਮਾਂ ਹੋ ਗਿਆ ਸੀ, ਦੀਵਾਨ ਸਜੇ ਐ, ਸੰਗਤ ਸਜੀ ਐ, ਸਿੰਘ ਸਜੇ ਐ ਤੇ ਰਹਿ ਰਾਸ ਸਾਹਿਬ ਚੱਲ ਰਹੇ ਸੇ। ਨਿਕਟ ਪਹੁੰਚ ਕਰ ਠਾਂਡੋ ਰਹਿਓ ਸ਼੍ਰੀ ਪ੍ਰਭ ਤਿਸ ਬਲੋਕ ਕਰ ਕਹਿਓ। ਤੇ ਇਹ ਜਾ ਕਰਕੇ ਸਾਹਮਣੇ ਸਤਿਗੁਰਾਂ ਦੇ ਸੋਟੀ ਦੇ ਸਹਾਰੇ ਖੜਾ ਰਿਹਾ ਤੇ ਸਤਿਗੁਰੂ ਇਹਨੂੰ ਦੇਖ ਕੇ ਕਹਿੰਦੇ ਸਾਧੋ ਬੈਠ ਜਾਓ ਕਿਉਂ ਖਰਿਓ ਸੁਣਤ ਪ੍ਰਣਾਮ ਗੁਰੂ ਕੋ ਕਰਿਓ। ਪਾਤਸ਼ਾਹ ਕਹਿੰਦੇ ਬੈਠ ਜਾਓ ਸਾਧੋ, ਬੈਠ ਜਾਓ, ਖੜੇ ਕਿਉਂ ਹੈ। ਇਹ ਬਚਨ ਸੁਣ ਕੇ ਸਾਧ ਨੇ ਨਮਸਕਾਰ ਕੀਤੀ ਤੇ ਫਿਰ ਬੈਠ ਗਿਆ। ਬੈਠ ਗਿਓ ਸਿੰਘਨ ਮੈਂ ਮਿਲ ਕਰ ਸੁਣਤ ਰਹਿਓ ਰਹਿ ਰਾਸ ਪ੍ਰੇਮ ਧਰ। ਔਰ ਬੜੇ ਪ੍ਰੇਮ ਦੇ ਨਾਲ ਫਿਰ ਰਹਿ ਰਾਸ ਸਾਹਿਬ ਦਾ ਜਾਪ ਇਹ ਸੁਣਨ ਲੱਗਿਆ। ਜਬਰਦਾਸ ਭੋਗ ਪਰ ਗਿਓ ਸਾਧ ਜੋਰ ਕਰ ਉਚਰਤ ਭਿਓ। ਤੇ ਫਿਰ ਸਮਾਪਤੀ ਹੋਈ, ਰਹਿ ਰਾਸ ਸਾਹਿਬ ਦੀ ਅਰਦਾਸ ਹੋਈ, ਭੋਗ ਪੈ ਗਿਆ। ਤੇ ਫਿਰ ਸਾਧ ਹੱਥ ਬੰਨ੍ਹ ਕੇ ਕਹਿੰਦਾ ਹੈ ਚਰਨ ਕਮਲ ਸੋ ਮੋਹਿ ਲਗਾਵੋ ਸਿੱਖ ਕਰੋ ਨਿਜ ਰੂਪ ਬੁਝਾਵੋ। ਕਹਿੰਦਾ ਮਹਾਰਾਜ ਮੈਨੂੰ ਆਪਣੇ ਚਰਨੀ ਲਾਓ, ਆਪਣਾ ਸਿੱਖ ਬਣਾਓ ਤੇ ਮੈਨੂੰ ਨਿਜ ਸਰੂਪ ਬਾਰੇ ਗਿਆਨ ਦਿਓ। ਇਹ ਨਿਜ ਸਰੂਪ ਦਾ ਗਿਆਨ ਆਪਾਂ ਨੂੰ ਹੈ ਹੀ ਨਹੀਂਗਾ ਗੁਰੂ ਪਿਆਰਿਓ। ਨਿਜ ਸਰੂਪ ਦਾ ਮਤਲਬ ਹੈ ਆਪਣੇ ਆਪੇ ਦੀ ਸੋਝੀ, ਮੈਂ ਕੌਣ ਆ, ਕਿੱਥੋਂ ਆਇਆ, ਕੀ ਲੈਣ ਆਇਆ। ਇਸ ਬਾਰੇ ਗਿਆਨ ਤਾਂ ਹੋਵੇਗਾ ਜੇ ਸਿਮਰਨ ਕਰਾਂਗੇ। ਉਹ ਇੱਕ ਜੁਗਤ ਹੈ ਜੋ ਗੁਰੂ ਸਾਹਿਬਾਂ ਨੇ ਥਾਂ ਥਾਂ ਤੇ ਵਰਤਾਈ ਹੈ, ਗੁਰਬਾਣੀ ਵਿੱਚ ਵੀ ਬਹੁਤ ਥਾਵਾਂ ਤੇ ਲਿਖੀ ਹੋਈ ਹੈ। ਔਰ ਲੋੜ ਆ ਉਸ ਨੂੰ ਖੋਜ ਕਰਕੇ ਉਹ ਪ੍ਰੈਕਟੀਕਲ ਕਰਨ ਦੀ ਲੋੜ ਹੈ, ਇਕੱਲਾ ਪੜ੍ਹ ਕੇ ਛੱਡਣ ਦੀ ਲੋੜ ਨਹੀਂ। ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਦੁਨੀਆ ਇੱਕ ਮੇਲਾ ਹੈ, ਤੂੰ ਆਪਣੇ ਆਪੇ ਦੀ ਖੋਜ ਕਰ। ਕਾਹੇ ਰੇ ਬਣ ਖੋਜਣ ਜਾਹੀ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਹੀ। ਭਗਤ ਪੀਪਾ ਜੀ ਕਹਿੰਦੇ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ ਕਾਇਆ ਧੂਪ ਦੀਪ ਨਹੀਂ ਬੇਦਾ ਕਾਇਆ ਪੂਜੋ ਪਾਤੀ ਕਾਇਆ ਬਹੁ ਖੰਡ ਖੋਜ ਤੇ। ਇਧਰ ਕਾਇਆ ਖੋਜੀ ਬ੍ਰਹਮ ਗਿਆਨੀਆਂ ਨੇ ਤੇ ਬਹੁ ਖੰਡ ਖੋਜੇ ਸਾਇੰਸਦਾਨਾਂ ਨੇ, ਦੁਨੀਆ ਨੇ। ਕਹੋ ਸਤਿਨਾਮ। ਕਾਇਆ ਬਹੁ ਖੰਡ ਖੋਜ ਤੇ ਨਵਨਿਧ ਪਾਈ, ਉਹਨਾਂ ਨੇ ਵੀ ਬਹੁਤ ਕੁਝ ਲੱਭਿਆ ਸਾਇੰਸਦਾਨਾਂ ਨੇ, ਲੇਕਿਨ ਬ੍ਰਹਮ ਗਿਆਨੀਆਂ ਨੇ ਇਹਦੇ ਵਿੱਚੋਂ ਹੀ ਸਭ ਕੁਝ ਲੱਭ ਲਿਆ। ਜਿਵੇਂ ਪਟਵਾਰੀ ਕੋਲੇ ਨਕਸ਼ਾ ਨਾ, ਉਹ ਦਫ਼ਤਰ 'ਚ ਬੈਠਾ ਦੱਸਿਆ ਤੇਰਾ ਖੇਤ ਫਲਾਣੇ ਥਾਂ ਤੇ ਹੈ, ਤੇ ਲੇਕਿਨ ਜ਼ਿਮੀਂਦਾਰ ਦੇ ਖੇਤ ਖੇਤਾਂ ਵਿੱਚ ਹੈ, ਉਹ ਜਾ ਕੇ ਉੱਥੇ ਵੇਖਣਗੇ। ਇਸ ਤਰ੍ਹਾਂ ਬ੍ਰਹਮ ਗਿਆਨੀਆਂ ਨੇ ਬ੍ਰਹਿਮੰਡ ਦਾ ਨਕਸ਼ਾ ਆਪਣੇ ਅੰਦਰੋਂ ਹੀ ਦੇਖ ਲਿਆ। ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ ਕਾਇਆ ਧੂਪ ਦੀਪ ਨਹੀਂ ਬੇਦਾ ਕਾਇਆ ਪੂਜੋ ਪਾਤੀ ਕਾਇਆ ਬਹੁ ਖੰਡ ਖੋਜ ਤੇ ਨਵਨਿਧ ਪਾਈ। ਨਾ ਕਿਛ ਆਇਬੋ ਨਾ ਕਿਛ ਜਾਇਬੋ, ਰੱਬ ਕਿਤੋਂ ਆਉਂਦਾ ਜਾਂਦਾ ਨਹੀਂ, ਸਭ ਦੇ ਕੋਲ ਹੀ ਰਹਿੰਦਾ। ਰਾਮ ਕੀ ਦੁਹਾਈ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਪੀਪਾ ਪ੍ਰਣਮੈ ਪਰਮ ਤਤ ਹੈ। ਪਤਾ ਲੱਗਿਆ ਮੈਨੂੰ ਮੈਂ ਤਾਂ ਪਰਮਾਤਮਾ ਦੀ ਅੰਸ਼ ਹਾਂ। ਸਤਿਗੁਰ ਹੋਏ ਲਿਖਾਵੇ ਪਰ ਦੱਸਿਆ ਗੁਰੂ ਨੇ। ਕਹੋ ਸਤਿਨਾਮ। ਜਾਣਕਾਰੀ ਗੁਰੂ ਨੇ ਦਿੱਤੀ। ਤਾਂ ਅੱਜ ਇਹ ਸਾਧ ਇੰਨੀ ਲੰਬੀ ਉਮਰ ਦਾ ਮੇਰੇ ਪ੍ਰੀਤਮ ਦੇ ਚਰਨੀ ਪੈ ਕੇ ਪੁੱਛਦਾ ਜੀ ਮੈਨੂੰ ਦੱਸੋ ਮੈਂ ਕੌਣ ਆ, ਨਿਜ ਸਰੂਪ ਦਾ ਗਿਆਨ ਕਰਾਓ ਜੀ। ਹਮਰੇ ਦਰਸ਼ਨ ਪਰ ਬਲਹਾਰੀ ਸਕਲ ਕਲਾ ਸਮਰੱਥ ਗੁਣ ਭਾਰੀ। ਮੈਂ ਬਲਿਹਾਰਿਆ ਜਾਨਾ ਤੁਹਾਡੇ ਤੋਂ, ਤੁਹਾਡੇ ਦਰਸ਼ਨਾਂ ਤੋਂ, ਤੁਸੀਂ ਤਾਂ ਸਰਬ ਕਲਾ ਸਮਰੱਥ ਲੱਗਦੇ ਹੋ। ਇਕ ਸਬਦਨ ਤੇ ਸ਼੍ਰੀ ਪ੍ਰਭ ਕਹੈ ਤੂੰ ਆਗੇ ਹੀ ਸਿੱਖ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਤੂੰ ਤਾਂ ਪਹਿਲੇ ਸਿੱਖ ਬਣਿਆ ਹੋਇਆ ਭਾਈ। ਕੇਵਲ ਕੇ ਸਾਧਨ ਬਹੁ ਸਾਦੇ ਅਦਕ ਸਮਾਦ ਅਗਾਧ ਅਰਾਦੇ। ਕੇਵਲ ਕੇਵਲ ਹੁੰਦਾ ਕੇਵਲ ਮੁਕਤੀ, ਇੱਕ ਨਾਲ ਜੁੜ ਕੇ ਇੱਕ ਵਿੱਚ ਮਿਲ ਜਾਣਾ, ਜਿਸ ਨੂੰ ਅਸੀਂ ਕਿਹਾ ਪੂਜਾ ਅਕਾਲ ਕੀ। ਕੇਵਲ ਹੁੰਦਾ ਉਸ ਇੱਕ ਦਾ ਗਿਆਨ ਹੋ ਜਾਣਾ। ਪਾਤਸ਼ਾਹ ਕਹਿੰਦੇ ਤਾਂ ਪਹਿਲਾਂ ਹੀ ਸਿੱਖ ਹੈ, ਔਰ ਸਿੱਖ ਬਣਦਾ ਹੋਇਆ ਤੋਂ ਕੇਵਲ ਮੁਕਤੀ ਦੇ ਵਾਸਤੇ, ਉਸ ਮੁਕਤੀ ਵਾਸਤੇ ਬੜੇ ਸਾਧਨ ਕੀਤੇ ਹਨ। ਕਰੋ ਅਕਾਲ ਪੁਰਖ ਕੋ ਬੰਦਨ ਬਦਨ ਹੋਵੇ ਬੰਦਨ ਕੰਦਨ। ਔਰ ਅਕਾਲ ਪੁਰਖ ਨੂੰ ਨਮਸਕਾਰ ਕਰੋ। ਅੱਜ ਤੱਕ ਇਸ ਨੂੰ ਸਮਝ ਨਹੀਂ ਸੀ ਆਈ, ਗੁਰੂ ਸਾਹਿਬ ਨੇ ਕਿਰਪਾ ਦ੍ਰਿਸ਼ਟੀ ਕੀਤੀ
ਕਹਿੰਦੇ ਸਾਧਾ ਤੂੰ ਤਾਂ ਪਹਿਲਾਂ ਹੀ ਸਿੱਖ ਹੈ, ਬੜੇ ਸਾਧਨ ਕੀਤੇ ਆ ਕੇਵਲ ਮੁਕਤੀ ਵਾਸਤੇ, ਉਸ ਮੁਕਤੀ ਵਾਸਤੇ ਕਿ ਪਰਮੇਸ਼ਰ ਵਿੱਚ ਮਿਲ ਜਾਵਾਂ। ਆ ਤੈਨੂੰ ਮੈਂ ਦੱਸਾਂ, ਅਕਾਲ ਪੁਰਖ ਨੂੰ ਨਮਸਕਾਰ ਕਰੋ, ਬਦਨ ਹੋਵੇ ਬੰਧ ਨਿਕੰਦਨ, ਔਰ ਤੇਰੇ ਸਾਹਮਣੇ ਉਹ ਸਰੂਪ ਆ ਜਾਊਗਾ, ਤੇਰੇ ਬੰਧ ਟੁੱਟ ਜਾਣਗੇ, ਬੰਧਨ ਟੁੱਟ ਜਾਣਗੇ। ਕਹਿ ਕਿਰਪਾ ਦ੍ਰਿਸ਼ਟ ਪ੍ਰਭ ਹੇਰੀ, ਰਿਦੇ ਪ੍ਰਕਾਸ਼ ਪਿਓ ਤਿਸ ਬੇਰੀ। ਪਾਤਸ਼ਾਹ ਜੀ ਦੇ ਇੰਨੇ ਬਚਨ ਕਹਿਣ ਤੇ ਹੀ ਉਹ ਸਾਧ ਦੇ ਅੰਦਰ ਕਹਿੰਦੇ ਗਿਆਨ ਹੋ ਗਿਆ, ਪ੍ਰਕਾਸ਼ ਹੋ ਗਿਆ ਨਿਜ ਸਰੂਪ ਦਾ ਕਿ ਮੈਂ ਕੌਣ ਹਾਂ। ਅਸੀਂ ਆਪਣੇ ਆਪ ਨੂੰ ਆ ਸਮਝਿਆ ਹੋਇਆ ਨਾ, ਲੇਕਿਨ ਕਿੰਨਾ ਵੀ ਆਪਾਂ ਸਮਝ ਲਈਏ, ਸਮਝਾ ਦਈਏ, ਕਿੰਨਾ ਵੀ ਕਹਿ ਦਈਏ, ਪਰ ਅਖੀਰ ਤੇ ਆਪਾਂ ਸਰੀਰਾਂ ਨਾਲ ਹੀ ਜੁੜੇ ਹੁੰਦੇ ਆ। ਬੱਚਿਆਂ ਦਾ ਮੋਹ, ਧੀ ਦਾ ਮੋਹ, ਪੁੱਤਰਾਂ ਦਾ ਮੋਹ, ਘਰ ਵਾਲੇ ਦਾ ਮੋਹ, ਆਪਣੇ ਨਿਜ ਸਰੂਪ ਦੇ ਨਾਲ ਨਹੀਂ ਜੁੜੇ ਹੋਏ, ਆਪਣੇ ਨਿਜ ਨੂੰ ਨਹੀਂ ਜਾਣਿਆ ਕਿ ਮੈਂ ਕੌਣ ਹਾਂ। ਨਾਲੇ ਕਿ ਅਸੀਂ ਹਾਲੀਏ ਕਹਿੰਦੇ ਆ ਮੇਰਾ ਸਿਰ ਦੁਖਦਾ, ਕਦੇ ਨਹੀਂ ਕਹਿੰਦੇ ਮੈਂ ਦੁਖਦਾ। ਕਹੋ ਸਤਿਨਾਮ। ਕਦੇ ਮੈਂ ਤਾਂ ਦੁਖਿਆ ਨਹੀਂ ਨਾ, ਮੇਰਾ ਸਿਰ ਦੁਖਦਾ, ਮੇਰਾ ਹੱਥ ਦੁਖਦਾ, ਮੇਰੀ ਬਾਂਹ ਦੁਖਦੀ ਹੈ, ਮੇਰੀ ਲੱਤ ਦੁਖਦੀ ਹੈ। ਲੱਤ ਵੱਢੀ ਜਾਵੇ ਮੈਂ ਮਰਦਾ ਨਹੀਂ, ਬਾਂਹ ਵੱਢੀ ਜਾਵੇ ਮੈਂ ਮਰਦਾ ਨਹੀਂ, ਪਰ ਜਦੋਂ ਸਾਹ ਰਗ ਵੱਢੀ ਜਾਂਦੀ ਹੈ ਫਿਰ ਮੈਂ ਮਰ ਗਿਆ, ਭਾਵੇਂ ਚੋਂ ਨਿਕਲ ਗਿਆ। ਕੋਈ ਸਤਿਨਾਮ। ਸਰੀਰ ਇੱਥੇ ਪਿਆ ਹੈ ਮਰਨ ਵਾਲੇ ਦਾ, ਕੌਣ ਮੂਆ ਨੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਪਿਆ। ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਨਾਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕਵਨ ਟੇ, ਕਿਹਨੂੰ ਰੋਨੇ ਹੋ, ਕੌਣ ਮਰਿਆ ਦੱਸੋ ਤਾਂ। ਪੰਜੇ ਤੱਤਾਂ ਦਾ ਪੂਤਲਾ ਆ ਪਿਆ, ਜਿਹੜਾ ਵਿੱਚ ਬੋਲਦਾ ਸੀ ਉਹ ਨਿਕਲ ਗਿਆ, ਮਰਿਆ ਉਹ ਵੀ ਨਹੀਂਗਾ। ਤੇ ਇਸ ਕਰਕੇ ਜਦੋਂ ਹੀ ਪਾਤਸ਼ਾਹ ਜੀ ਨੇ ਕਿਰਪਾ ਦ੍ਰਿਸ਼ਟੀ ਨਾਲ ਦੇਖਿਆ ਤੇ ਬਚਨ ਕੀਤਾ, ਕਹਿੰਦੇ ਇਹਨੂੰ ਨਿਜ ਸਰੂਪ ਦਾ ਗਿਆਨ ਹੋ ਗਿਆ। ਬਾਰ ਜਪਦ ਬੰਦਨਾ, ਲੱਖ ਗੁਰੂ ਮੈਂ ਮਾਰਦੇ ਆਨੰਦਨਾ। ਔਰ ਹੁਣ ਬਾਰ ਸਤਿਗੁਰੂ ਦੇ ਚਰਨਾਂ ਤੇ ਮੱਥੇ ਟੇਕੀ ਜਾਂਦਾ। ਜਿਹੜਾ ਕਹਿੰਦਾ ਸੀ ਆਪਾਂ ਕੀ ਲੈਣਾ, 30 ਸਾਲ ਦਾ, ਉਹਨੂੰ ਕਿਹੜਾ ਕੋਈ ਗਿਆਨ ਹੋਣਾ। ਕਹੋ ਸਤਿਨਾਮ। 30 ਸਾਲ ਦੀ ਉਮਰ ਹੈ, ਬਸ 40 ਤੋਂ ਘੱਟ ਹੈ, 30 ਤੋਂ ਵੱਧ ਹੈ, ਫਿਰ ਛੱਡੋ ਉਹਦੇ ਕੋਲੇ ਕੀ ਹੈ। ਪਰ ਪਾਤਸ਼ਾਹ ਜੀ ਨੂੰ ਇਹ ਤਰਕ ਸੁਣ ਕੇ ਗੱਲ ਚੰਗੀ ਨਾ ਲੱਗੀ, ਔਰ ਉਸ ਤੇ ਕਿਰਪਾ ਕਰਕੇ ਉਹਨੂੰ ਗਿਆਨ ਕਰਵਾ ਦਿੱਤਾ ਹੈ ਜੀ। ਔਰ ਸਾਧਕ ਸ਼ਰਧਾ ਸੇਤੀ, ਏਤਕ ਬੈਸਰੋ ਸੋਜੇਤੀ। ਔਰ ਫਿਰ ਸ਼ਰਧਾ ਨਾਲ ਕਹਿਣ ਲੱਗਿਆ, ਪ੍ਰੇਮ ਨਾਲ, ਮਹਾਰਾਜ ਇੰਨੀ ਉਮਰ ਦੇ ਵਿੱਚ ਇੰਨੀ ਸੋਝੀ ਤੁਸੀਂ ਕਿਵੇਂ ਪ੍ਰਾਪਤ ਕੀਤੀ ਹੈ। ਸੁਣ ਕਰ ਸ੍ਰੀ ਸਤਿਗੁਰੂ ਬਖਾਨਾ, ਤੁਮੋ ਗੋਦੜਾ ਰੱਖਿਓ ਪੁਰਾਣਾ। ਇੱਥੇ 10ਵੇਂ ਪਾਤਸ਼ਾਹ ਨੇ ਉਹੀ ਗੱਲ ਕਹੀ ਆ ਸਾਧ ਨੂੰ, ਜਿਹੜੀ ਬਾਬੇ ਨਾਨਕ ਨੇ ਗੋਰਖਨਾਥ ਨੂੰ ਕਹੀ ਸੀ। ਕਹੋ ਸਤਿਨਾਮ। ਕਹਿੰਦੇ ਤੂੰ ਆ ਪੁਰਾਣਾ ਗੋਦੜਾ ਚੱਕੀ ਫਿਰਦਾ, ਤੂੰ ਇਹ ਸਰੀਰ ਦੇ ਨਾਲ ਮੋਹ ਪਾ ਕੇ ਬੈਠਾ, ਕਿਤੇ ਛੁੱਟ ਨਾ ਜਾਵੇ ਮੇਰਾ। ਤੂੰ ਇਹ ਸਰੀਰ ਨੂੰ ਛੱਡਣ ਨੂੰ ਤਿਆਰ ਨਹੀਂ ਹੈਗਾ, ਪਰ ਕੋਸ਼ਿਸ਼ ਨਹੀਂ ਜਿਨੋ ਕਰ ਪਾਵੇ, ਲੇਸੋ ਪਹਿਰੇ ਅੰਗ ਸੁਹਾਵੇ। ਅਸੀਂ ਰੋਜ਼ਾਨਾ ਨਵੀਂ ਪੋਸ਼ਾਕ ਪਾਉਣੇ ਆ, ਪਾ ਕੇ ਆਉਣੇ ਆ। ਜਿਵੇਂ ਸਰੀਰ ਤੇ ਕੱਪੜਿਆਂ ਦੀ ਗੱਲ ਨਹੀਂ ਕਰਦੇ ਪਾਤਸ਼ਾਹ, ਬਾਡੀ ਦੀ ਗੱਲ ਕਰਦੇ ਆ। ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ, ਉਹ ਇੱਕੋ ਹੀ ਗੁਰ ਹੈ। ਪਹਿਲੇ ਜਾਮੇ ਦੇ ਵਿੱਚ ਆਏ ਗੁਰੂ ਨਾਨਕ ਪਾਤਸ਼ਾਹ, 10 ਜਾਮਿਆਂ 'ਚ ਵਰਤੇ, ਤੇ ਅੱਜ ਵੀ ਉਹ ਰੂਹ ਜਿਹੜੀ ਹੈ ਉਹਨਾਂ ਨੇ ਬਖਸ਼ਿਸ਼ ਗੁਰੂ ਗ੍ਰੰਥ ਸਾਹਿਬ ਵਿੱਚ 5 ਪਿਆਰਿਆਂ ਵਿੱਚ ਕਰ ਦਿੱਤੀ ਆ। ਕੋ ਸਤਿਨਾਮ ਸੀ। ਤੋ ਇਸ ਕਰਕੇ ਪਾਤਸ਼ਾਹ ਕਹਿੰਦੇ ਤੂੰ ਪੁਰਾਣੇ ਗੋਦੜੇ ਨਾਲ ਮੋਹ ਪਾ ਕੇ ਬੈਠਾ ਹੈ, ਇਹਨੂੰ ਛੱਡਣ ਨੂੰ ਤਿਆਰ ਨਹੀਂ ਹੈ। ਤੇ ਅਸੀਂ ਨਿਤ ਨਵੀਂ ਪੋਸ਼ਾਕ ਪਾਉਂਦੇ ਹਾਂ। ਅਸੀਂ ਕਿਉਂ 30 ਸਾਲ ਦੇ ਨਹੀਂ, ਅਸੀਂ ਵੀ ਪੁਰਾਤਨ। ਬੰਧਨ ਕਰਤ ਸਾਧ ਥਿਰ ਪਏ ਹੋ, ਤਬ ਸਿੰਘਨ ਗਨ ਬੂਝਨ ਕੀਓ। ਤਾਂ ਫਿਰ ਸਾਧ ਨੂੰ ਤਸੱਲੀ ਹੋ ਗਈ, ਵਾਕਿਆ ਇਹਨਾਂ ਦੇ ਕੋਲ ਤਾਂ ਬਹੁਤ ਵੱਡਾ ਗਿਆਨ ਹੈ। ਸਤਿਗੁਰੂ ਨਮਸਕਾਰਾਂ ਕਰਦਾ ਹੈ, ਔਰ ਨਮਸਕਾਰਾਂ ਕਰਦਾ ਹੋਇਆ ਸਿਥਰ ਹੋ ਗਿਆ। ਸਿੰਘ ਪੁੱਛਣ ਲੱਗੇ, ਤੁਮਰੀ ਬੈ ਮੈਂ ਸਮੇਂ ਕਨੇਰੇ, ਕਹੋ ਪ੍ਰਸੰਗ ਜਥਾ ਕੇ ਹੀਰੇ। ਹੁਣ ਸਾਧ ਨੂੰ ਪੁੱਛਣ ਲੱਗੇ ਸਿੰਘ ਵੀ ਬਾਬਾ ਜੀ ਅਸੀਂ ਤਾਂ ਥੋੜੀ ਉਮਰ ਦੇ ਹੀ ਆ। ਹੁਣ ਕੋਈ 40 ਦਾ ਹੋਊ, ਕੋਈ 50 ਦਾ ਹੋਊ, ਕੋਈ 60 ਦਾ ਹੋਊਗਾ, ਕੋਈ 30 ਦਾ ਹੋਊ, ਕੋਈ 32 ਦਾ ਹੋਊ। ਸਾਧ ਨੂੰ ਕਹਿੰਦੇ ਬਾਬਾ ਤੇਰੀ ਏਡੀ ਲੰਮੀ ਉਮਰ ਆ, ਤੂੰ ਜ਼ਿੰਦਗੀ ਵਿੱਚ ਕੀ ਕੁਝ ਵੇਖਿਆ, ਕੁਝ ਸਾਂਝਾ ਤਾਂ ਕਰ ਸਾਡੇ ਨਾਲ। ਇੱਕ ਬਿਰਤਾਂਤ ਤਬ ਸਾਧ ਸੁਨਾਇਓ, ਸੁਣੋ ਸਮਾਜ ਐਸੀ ਦਰਸਾਇਓ। ਤੇ ਉਹ ਸਾਧ ਨੇ ਫਿਰ ਇੱਕ ਬਿਰਤਾਂਤ ਆਪਣੇ ਜ਼ਿੰਦਗੀ ਦੇ ਵਿੱਚੋਂ ਸਾਂਝਾ ਕੀਤਾ, ਸੁਣਾਉਣਾ ਕੀਤਾ। ਕਹਿੰਦੇ ਅਸੀਂ ਵੇਖਿਆ ਬਾਸੁਰ ਇੱਕ ਸਮਾਧੋਕਾਰੀ, ਨਹੀਂ ਬਲੋਕਤ ਪਾ ਨਰ ਨਾਰੀ। ਕਹਿੰਦਾ ਮੈਂ ਸਮਾਧੀ ਲਾ ਕੇ ਬੈਠਾ ਸੀ ਲੰਬੇ ਸਮੇਂ ਤੱਕ। ਇੱਕ ਦਿਨ ਮੈਂ ਸਮਾਧੀ ਖੋਲੀ ਤੇ ਮੈਂ ਕੀ ਦੇਖਦਾ, ਨਾ ਕੋਈ ਮਨੁੱਖ ਹੈ, ਨਾ ਕੋਈ ਇਸਤਰੀ ਹੈ। ਇੱਕ ਦੋਏ ਮਜਲ ਗਿਓ ਮੈਂ ਜਬ ਹੋ, ਕੋ ਇੱਕ ਮਨੋਜ ਨਿਹਾਰੋ ਤਬ ਹੋ। ਤਾਂ ਮੈਂ ਉੱਥੋਂ ਚੱਲ ਪਿਆ ਉੱਠ ਕੇ ਆਪਣੀ ਸਮਾਧੀ ਵਾਲੇ ਥਾਂ ਤੋਂ। 1-2 ਮੰਜ਼ਲਾਂ ਕੀਤੀਆਂ ਵੀ ਯਾਰ ਬੰਦਾ ਪਰਿੰਦਾ ਕੋਈ ਦਿਸਦਾ ਹੀ ਨਹੀਂਗਾ। ਤਾਂ ਗਾਂਹ ਜਾ ਕੇ
2 ਕੁ ਮੰਜ਼ਲਾਂ ਕੀਤੀਆਂ ਤੇ ਮੈਨੂੰ ਕੁਝ ਮਨੁੱਖ ਦਿਸੇ। ਸੋ ਭੋਜਨ ਕੀਰ ਬ੍ਰਤਾਂਤ ਕਹਾ ਪਿਓ ਨਰ ਨਹੀਂ ਦਿਖੰਤ। ਤੋ 1-2 ਬੰਦੇ ਮਿਲੇ, ਮੈਂ ਪੁੱਛਿਆ ਵੀ ਕੀ ਗੱਲ ਹੈ ਯਾਰ, ਬੰਦੇ ਦਿਖਾਈ ਨਹੀਂ ਦਿੰਦੇ, ਕਿੱਧਰ ਗਈ ਦੁਨੀਆ ਸਾਰੀ? ਇਹ ਲੰਮਾ ਸਮਾਂ ਬੈਠਾ ਰਿਹਾ, ਇਹਨਾਂ ਸਮੇਂ 'ਚ ਕਿਤੇ ਪਰਲੋਂ ਆ ਗਈ। ਕਹੋ ਸਤਨਾਮ। ਕਿਉਂਕਿ ਪਰਲੋਂ ਜਦ ਆਉਂਦੀ ਆ, ਮਹਾ ਪਰਲੋਂ ਥੋੜੀ ਪਰਲੋਂ ਆ, ਕਰੋਨਾ ਵੀ ਇੱਕ ਪਰਲੋਂ ਦਾ ਰੂਪ ਹੀ ਹੈ। ਕਹੋ ਸਤਨਾਮ। ਅਰਬ ਨਰਬ ਧੁੰਦੂ ਕਾਰਾ ਧਰਨ ਗਗਨਾ ਹੁਕਮ ਪਾਰਾ ਨਾ ਦਿਨ ਰਹਿ ਨ ਚੰਦਰ ਸੂਰਜ ਸੁਨ ਸਮਾਧ ਲਗਾਏਂਦਾ। ਕਦੇ ਇਕੱਲਾ ਹੀ ਬੈਠਾ ਸੀਗਾ, ਇੱਕ ਦਿਨ ਫੁਰਨਾ ਬਣਿਆ, ਮੇਰੇ ਵਰਗੇ ਹੋਰ ਵੀ ਹੁਣ ਕਹਿੰਦਾ ਹੋ ਜਾ, ਦੁਨੀਆ ਬਣਨੀ ਸ਼ੁਰੂ ਹੋ ਗਈ। ਸੁਣੋ ਕੀ ਇਹ 10 ਅਵਤਾਰਾ ਮਾਰੂ ਰਾਗ ਦੇ 2 ਸ਼ਬਦ ਇਕੱਠੇ ਲਿਖੇ ਹੈ। ਇੱਕ ਥਾਂ ਤੇ ਪਰਮੇਸ਼ਰ ਇਕੱਲਾ ਬੈਠਾ ਹੈ, ਫਿਰ ਅਗਲੇ ਸ਼ਬਦ 'ਚ ਲਿਖਦੇ ਆ ਕਿਵੇਂ ਉਹਨੇ ਆਪਣੇ ਵਿੱਚੋਂ ਹੀ ਸ੍ਰਿਸ਼ਟੀ ਬਣਾਉਣੀ ਸ਼ੁਰੂ ਕਰ ਦਿੱਤੀ। ਕਹੋ ਸਤਨਾਮ। ਤਾਂ ਇਸ ਤਰ੍ਹਾਂ ਮੇਰੇ ਪ੍ਰੀਤਮ ਜੀ ਨੂੰ ਦੱਸਦਾ ਫਿਰ ਸਿੰਘਾਂ ਨੂੰ, ਕਹਿੰਦੇ ਮੈਂ ਉਹਨਾਂ ਨੂੰ ਪੁੱਛਿਆ ਬਈ ਕੀ ਗੱਲ ਹੋ ਗਈ, ਬੰਦੇ ਦਿਸਦੇ ਨਹੀਂ। ਪਾਤੁਰ ਪਿਛ ਗਏ ਮਰਕਣੇ ਕੋ ਰਹੇ ਕੀ ਸੁਥਲ ਬਣੇ। ਕਹਿਣ ਲੱਗੇ, ਉਹ ਬੰਦਾ ਕਹਿਣ ਲੱਗੇ, ਮੈਂ ਟੱਕਰਿਆ, ਕਹਿੰਦਾ ਬਾਬਾ ਕਾਲ ਪੈ ਗਿਆ ਸੀ ਤੇ ਕਾਲ ਪੈਣ ਕਰਕੇ ਬਹੁਤ ਦੁਨੀਆ ਮਰ ਗਈ ਆ, ਕਿਤੇ ਕਿਤੇ ਕੋਈ ਆਪਣਾ ਬਚਿਆ ਹੈ। ਤੇ ਇਹ ਵੀ ਦੱਸਦੇ ਆ ਕਿ ਐਸਾ ਸਮਾਂ ਆਉਣਾ ਜਦੋਂ ਕਲਯੁਗ ਦਾ ਖਾਤਮਾ ਹੋਣਾ, ਸਰਯੁਗ ਨੇ ਸ਼ੁਰੂ ਹੋਣਾ, 12-12 ਕੋਹ ਤੇ ਦੀਵਾ ਜਗਣਾ ਤੇ ਵਿਚਾਲੇ ਵਿਚਾਲੇ ਸੁੰਨੀ ਹੋ ਜਾਣੀ ਆ। ਵਿਚਾਲੇ ਦੀਵਾ ਬੰਦਾ ਹੀ ਜਗਾਊਗਾ ਨਾ, 12 ਕੋਹ ਜਾ ਕੇ ਦੀਵਾ ਤਾਂ ਹੀ ਜਗੂ ਉੱਥੇ ਬੰਦਾ ਹੋਊਗਾ। ਮਤਲਬ 12-12 ਕੋਹ ਤੇ ਦੀਵਾ ਜਗੂਗਾ ਤੇ ਕੌਣ ਜਗਾਊਗਾ? ਕੋਈ ਰੱਬ ਦੇ ਪਿਆਰੇ ਬਚਨਗੇ ਨਾਮ ਜਪਣ ਵਾਲੇ, ਉਹਨਾਂ ਦੇ ਸਥਾਨਾਂ ਤੇ ਦੀਵਾ ਜਗਦਾ ਹੋਵੇਗਾ। ਵਿਚਾਲੇ ਸਭ ਕਾਲ ਪੈ ਜਾਣਾ, ਦੁਨੀਆ ਖਤਮ ਹੋ ਜਾਣੀ ਹੈ। ਆਉਣ ਵਾਲੇ ਸਮੇਂ ਦੀਆਂ ਭਵਿੱਖਬਾਣੀਆਂ ਹਨ ਗੁਰੂ ਪਿਆਰਿਓ, ਇਹ ਸਮੇਂ ਸਮੇਂ 'ਤੇ ਹੁੰਦਾ ਵੀ ਰਹਿੰਦਾ। ਤਾਂ ਕਹਿਣ ਲੱਗਿਆ ਉਹ ਬੰਦਾ ਕਿ ਮਹਾਰਾਜ ਕਾਲ ਪੈ ਗਿਆ ਤੇ ਬਹੁਤ ਲੋਕ ਮਰ ਗਏ। ਦਵਾਦਸ਼ ਸੰਮਤ ਪਰਿਓ ਵਿਸਾਲ ਅਬ ਬਰਖਾ ਤੇ ਪਿਓ ਸੁਕਾਲ। 12 ਸਾਲ ਮੀਂਹ ਨਹੀਂ ਪਿਆ, ਤੇ ਜਦ 12 ਸਾਲ ਮੀਂਹ ਨਾ ਪਿਆ ਤੇ ਧਰਤੀ ਤੇ ਫਸਲ ਖਤਮ ਹੋ ਗਈ, ਧਰਤੀ ਤੇ ਘਾਹ ਫੂਸ ਖਤਮ ਹੋ ਗਿਆ ਪਸ਼ੂਆਂ ਵਾਸਤੇ, ਧਰਤੀ ਤੇ ਦਾਣਾ ਪਾਣੀ ਬੰਦ ਹੋ ਗਿਆ। ਜਦੋਂ ਸਾਰਾ ਕੁਝ ਬੰਦ ਹੋ ਗਿਆ ਤਾਂ ਫਿਰ ਸਣੇ ਸਣੇ ਨਰ ਪੁਨ ਜਬ ਗਏ ਐਸੇ ਸਮੇਂ ਬੀਤ ਬੋ ਗਏ। ਤਾਂ ਮਹਾਰਾਜ ਜੀ ਮੀਂਹ ਨਹੀਂ ਪਿਆ, 12 ਸਾਲ ਕਾਲ ਪਿਆ ਰਿਹਾ। ਹੌਲੀ ਹੌਲੀ ਜਿਹੜੇ ਸੰਸਾਰ ਦੇ ਲੋਕ ਸੀ ਉਹ ਮਰਦੇ ਗਏ। ਤੇ ਸਾਧੂ ਕਹਿਣ ਲੱਗਿਆ ਮੈਂ ਇਹੋ ਜਿਹੀਆਂ ਪਰਲਵਾਂ ਕਈ ਦੇਖੀਆਂ ਜ਼ਿੰਦਗੀ ਵਿੱਚ। 5120 ਸਾਲ ਦਾ ਕਹਿੰਦਾ ਇਹ ਹੈਗਾ। ਕਹਿੰਦਾ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਪਰਲਵਾਂ ਦੇਖੀਆਂ। ਹੁਣ ਜਿਨ੍ਹਾਂ ਨੇ ਕਰੋਨਾ ਦੇ ਬਾਰੇ ਸੁਣਿਆ ਜਾਂ ਅੱਜ ਦੇਖਿਆ, ਜਿਹੜੇ ਬੱਚਿਆਂ ਨੇ ਦੇਖਿਆ, ਥੋੜ੍ਹੇ ਵੱਡੇ ਹੋ ਕੇ ਅੱਗੇ ਜਾ ਕੇ ਦੱਸ ਸਕਦੇ ਆ ਵੀ ਇੱਕ ਐਸਾ ਵੀ ਸਮਾਂ ਆਇਆ ਸੀ ਭਾਈ, ਭਿਆਨਕ ਬਿਮਾਰੀ ਫੈਲ ਗਈ ਜਿਵੇਂ ਚੇਚਕ ਦੀ ਬਿਮਾਰੀ ਬਾਰੇ ਆਪਾਂ ਜਾਣਦੇ ਹਾਂ। 8ਵੇਂ ਪਾਤਸ਼ਾਹ ਜੀ ਦੇ ਸਮੇਂ ਵਿੱਚ ਆਈ ਦਿੱਲੀ ਦੇ ਵਿੱਚ, ਲੋਕ ਮਰਨੇ ਸ਼ੁਰੂ ਹੋ ਗਏ। ਤਾਂ ਇਸੇ ਤਰ੍ਹਾਂ ਜਿਹੜੇ ਪੁਰਾਣੇ ਹੁੰਦੇ ਆ ਉਹ ਦੱਸ ਜਾਂਦੇ ਆ ਜਾਂ ਫਿਰ ਇਤਿਹਾਸ ਦੇ ਗ੍ਰੰਥਾਂ ਵਿੱਚ ਲਿਖ ਕੇ ਰੱਖ ਜਾਂਦੇ ਆ ਵੀ ਐਸੀ ਬਿਮਾਰੀ ਪਈ ਸੀ। ਕਰੋਨਾ ਬਾਰੇ ਵੀ ਨੋਟ ਹੋ ਗਿਆ ਹੋਣਾ ਗ੍ਰੰਥਾਂ ਕਿਤਾਬਾਂ 'ਚ। ਆਉਣ ਵਾਲੇ ਨਵੇਂ ਬੱਚੇ ਪੈਦਾ ਹੋਣਗੇ, ਉਹ ਕਹਿਣਗੇ ਯਾਰ ਐਂ ਇਟਲੀ ਖਤਮ ਹੋ ਗਿਆ ਸੀਗਾ, ਜਰਮਨ 'ਚ ਇੰਨੇ ਲੋਕ ਮਰ ਗਏ, ਇੰਗਲੈਂਡ 'ਚ ਇੰਨੇ ਮਰ ਗਏ, ਭਾਰਤ 'ਚ ਇੰਨੇ ਮਰ ਗਏ ਸੀਗੇ, ਐਂ ਕਿਵੇਂ ਮਰ ਗਏ? ਇਹਨੂੰ ਫਿਰ ਆਪਾਂ ਪਰਲੋ ਕਹਿ ਦਿਆਂਗੇ। ਕਹੋ ਸਤਿਨਾਮ। ਪਰਲੋ ਤੇ ਮਹਾਪਰਲੋ। ਤਾਂ ਗੁਰੂ ਪਿਆਰਿਓ ਇਹ ਕਹਿੰਦਾ ਸਾਧ ਹੁਣ, ਕਹਿੰਦਾ ਇਹੋ ਜਿਹੇ ਬਹੁਤ ਸਮੇਂ ਮੈਂ ਦੇਖੇ ਨੇ ਜਦੋਂ ਦੁਨੀਆ ਮਰ ਜਾਂਦੀ ਹੈ। ਕਈ ਵਾਰ ਲੜ ਲੜ ਬਹੁ ਮਾਰੇ, ਕਈ ਵਾਰ ਉਜਰੇ ਬਸ ਪਰੇ। ਕਈ ਵਾਰੀ ਕਾਲ ਕਰਕੇ ਮਰੇ, ਕਈ ਵਾਰੀ ਲੜਾਈਆਂ ਕਰਕੇ ਮਰੇ। ਜਿਵੇਂ 18 ਖੂਹਣੀਆਂ ਕੁਰਸ਼ੇਤਰ ਦੇ ਵਿੱਚ ਖਤਮ ਹੋਈਆਂ, 11 ਕੌਰਵਾਂ ਦੀਆਂ, 7 ਪਾਂਡਵਾਂ ਦੀਆਂ। ਤੇ ਇੱਕ ਖੂਹਣੀ ਦੇ ਵਿੱਚ ਕਿੰਨੀ ਗਿਣਤੀ ਹੁੰਦੀ ਆ? ਲੱਖ ਤੋਂ ਉੱਤੇ ਹੁੰਦੀ ਆ। ਭਾਵ 18-20 ਲੱਖ ਬੰਦਾ ਉਸ ਵੇਲੇ ਕੁਰਸ਼ੇਤਰ ਦੀ ਜੰਗ 'ਚ ਮਰਿਆ ਸੀ। ਤਾਂ ਸਾਧੂ ਕਹਿਣ ਲੱਗਿਆ ਇਸ ਤਰ੍ਹਾਂ ਕਈ ਵਾਰੀ ਲੋਕ ਲੜ ਕੇ ਮਰੇ, ਕਈ ਵਾਰੀ ਬਿਮਾਰੀਆਂ ਨਾਲ ਮਰੇ, ਕਈ ਵਾਰੀ ਕਾਲ ਪੈਣ ਕਰਕੇ ਬਹੁਤ ਮਰੇ। ਮੈਂ ਬਹੁਤ ਸਮੇਂ ਦੇਖੇ ਹਨ। ਕਬ ਕੈਸੇ ਸਮੇਂ ਜਗ ਮੈਂ ਕਰੇ ਬਿਲੋਕਨ ਹਮੇ। ਕਈ ਤਰ੍ਹਾਂ ਦੇ ਸਮੇਂ ਦੁਨੀਆ ਵਿੱਚ ਆਏ ਤੇ ਗਏ ਜਿਹੜੇ ਮੈਂ ਆਪਣੀ ਜ਼ਿੰਦਗੀ ਵਿੱਚ ਦੇਖਦਾ ਰਿਹਾ ਜੀ। ਸੁਣ ਗੁਰ ਖੁਸ਼ੀ ਸਾਧ ਪਰ ਕਰੀ, ਕਰਬਾ ਦਿਕ ਦੁਬਦਾ ਉਰਹਰੀ। ਔਰ ਸਾਧ ਨੂੰ ਜਿਹੜਾ ਹੰਕਾਰ ਸੀ ਆਪਣੀ ਉਮਰ ਵਧਾਉਣ ਦਾ ਜਾਂ ਆਪਣੇ ਗਿਆਨ ਦਾ, ਪਾਤਸ਼ਾਹ ਨੇ ਸਾਰੇ ਤੇ ਪਾਣੀ ਫੇਰ ਕੇ ਉਹਨੂੰ ਬ੍ਰਹਮ ਗਿਆਨ ਦੇ ਦਿੱਤਾ। ਕਹੋ ਸਤਿਨਾਮ। ਉਹਦੀ ਦੁਬਦਾ ਵੀ ਕੱਢ ਦਿੱਤੀ, ਉਹਦਾ ਹੰਕਾਰ ਵੀ ਖਤਮ ਕਰਤਾ। ਇਹ ਗੁਰੂ ਦਾ ਸੁਭਾਅ ਹੀ ਆ। ਹਰ ਜੂ ਹੰਕਾਰ ਨਾ ਭਾਵੇ, ਵੇਦ ਕੂਕ ਸੁਣਾਵੇ। ਜਿਹੜੇ ਹਰੀ ਨਾਲ ਜੁੜਨਾ ਚਾਹੁੰਦੇ ਆ,
ਹਰੀ ਕੋਸ਼ਿਸ਼ ਕਰਦਾ, ਗੁਰੂ ਕੋਸ਼ਿਸ਼ ਕਰਦਾ ਕਿ ਉਹਨਾਂ ਦਾ ਹੰਕਾਰ ਖਤਮ ਕੀਤਾ ਜਾਵੇ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਇ ਨਾ ਵਸੈ ਇਕਠਾਏ। ਜਿੱਥੇ ਹੰਕਾਰ ਹੈ ਉਹ ਜਿਹੜਾ ਸਿੱਖ ਹੋਵੇ ਜਾਂ ਮਨੁੱਖ ਹੋਵੇ ਉਹ ਗੁਰੂ ਤੋਂ ਪਰਮੇਸ਼ਰ ਤੋਂ ਦੂਰ ਚਲਿਆ ਜਾਂਦਾ। ਤੇ ਗੁਰੂ ਨੇ ਨਾਮ ਵਸਾਉਣਾ ਹੈ ਤੇ ਪਹਿਲਾਂ ਹੰਕਾਰ ਕੱਢਦਾ। ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ, ਉਸ ਪਹਿਲਵਾਨ ਦਾ ਹੰਕਾਰ ਦੂਰ ਕੀਤਾ। ਸੁਖੀ ਵਸੈ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ। ਕਿਉਂਕਿ ਉਸਨੇ ਪਹਿਲੀ ਵਾਰ ਫੀਲਿੰਗ ਕੀਤਾ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਪਿਛਲੇ ਪਿੰਡ ਗਏ ਸੀਗੇ। ਪਿੰਡ ਵਾਸੀਆਂ ਨੇ ਸਲਾਹ ਕੀਤੀ ਵੀ ਆਪਾਂ ਵਾਰੀ ਵਾਰੀ ਸਤਿਗੁਰੂ ਨੂੰ ਸੰਗਤਾਂ ਸਮੇਤ ਆਪਣੇ ਘਰੇ ਲੈ ਕੇ ਜਾਣਾ ਤੇ ਜਲ ਪਾਣੀ ਛਕਾਉਣਾ। ਤੇ ਇਹ ਗੁਰੂ ਪਿਆਰੋ ਇੱਕ ਸਿੱਖ, ਗਰੀਬ ਸਿੱਖ, ਉਹਦੇ ਵੀ ਮਨ ਵਿੱਚ ਇੱਛਾ ਪੈਦਾ ਹੋਈ ਵੀ ਯਾਰ ਮੈਂ ਵੀ ਤਾਂ ਘਰੇ ਲੈ ਕੇ ਜਾਣਾ ਸੀਗਾ, ਮੈਂ ਛਕਾਵਾਂ ਕੀ? ਹੁਣ ਘਰੇ ਕੋਈ ਪੈਸਾ ਕੋਈ ਨਹੀਂ, ਮੈਂ ਗੁਰੂ ਸਾਹਿਬ ਨੂੰ ਘਰੇ ਲਿਜਾਵਾਂ, ਸੰਗਤ ਲਿਜਾਵਾਂ ਤੇ ਭੋਜਨ ਕਿਵੇਂ ਛਕਾਵਾਂ? ਕੁਦਰਤੀ ਉਹਨਾਂ ਪਿੰਡਾਂ ਦੇ ਵਿੱਚ ਛਿੰਝ ਪੈਂਦੀ ਸੀ, ਮੇਲੇ ਲੱਗਦੇ ਸੀ, ਘੋਲ ਹੁੰਦੇ ਸੀਗੇ। ਤੇ ਘੋਲ ਦੇ ਵਿੱਚ ਇੱਕ ਝੰਡੀ ਬੰਨੀ ਜਾਂਦੀ ਹੈ, ਡੰਡੇ ਉੱਤੇ ਰੁਮਾਲ ਬੰਨਿਆ ਜਾਂਦਾ, ਰੁਮਾਲ ਵਿੱਚ ਪੈਸੇ ਬੰਨੇ ਜਾਂਦੇ ਆ ਵੀ ਜਿਹੜਾ ਸਭ ਤੋਂ ਤਕੜਾ ਪਹਿਲਵਾਨ ਹੈ ਇਹ ਝੰਡੀ ਉਹ ਲੈ ਜਾਊਗਾ। ਕੋ ਸਤਨਾਮ। ਤੇ ਇਹਨੇ ਵੀ ਸੁਣਿਆ, ਇਹਨੇ ਸੋਚਿਆ ਵੀ ਯਾਰ ਮੈਂ ਕਾਹਦਾ ਗ੍ਰਸਤੀ ਹਾਂ ਜੇ ਮੈਂ ਸਾਧੂਆਂ ਨੂੰ, ਗੁਰੂ ਸਾਹਿਬ ਸੰਗਤ ਨੂੰ ਭੋਜਨ ਨਹੀਂ ਛਕਾ ਸਕਦਾ, ਐਦੋਂ ਤਾਂ ਮਰ ਜਾਵਾਂ। ਪਰ ਆਤਮ ਹੱਤਿਆ ਕਰਨੀ ਵੀ ਮਾੜੀ ਗੱਲ ਆ। ਚਲੋ ਘੋਲ ਵਿੱਚ ਚੱਲਦੇ ਆ, ਜਾਂ ਤਾਂ ਪਹਿਲਵਾਨ ਮੈਨੂੰ ਮਾਰ ਦੂਗਾ ਤੇ ਜਾਂ ਫਿਰ ਮੈਂ ਝੰਡੀ ਲੈ ਕੇ ਆਊਂਗਾ। ਕੋਈ ਸਤਨਾਮ। ਬਸ ਇਹ ਸਲਾਹ ਕਰਕੇ ਉਹ ਘੋਲਾਂ ਵਿੱਚ ਵਗ ਗਿਆ। ਪਿੰਡਾਂ ਵਿੱਚ ਘੋਲ ਅੱਜ ਵੀ ਚੱਲਦੇ ਨੇ। ਤਾਂ ਗੁਰੂ ਪਿਆਰੋ ਘੋਲਾਂ ਵਿੱਚ ਗਿਆ, ਕਈ ਪਹਿਲਵਾਨ ਘੋਲੇ ਵੇਖਦਾ ਰਿਹਾ। ਜਿਹੜਾ ਸਭ ਤੋਂ ਤਕੜਾ ਪਹਿਲਵਾਨ ਸੀ ਉਹਦੀ ਵਾਰੀ ਆਈ। ਉਹ ਗੁਰੂ ਪਿਆਰੋ ਤਿਆਰ ਹੋ ਕੇ, ਕੱਪੜੇ ਲਾਹ ਕੇ ਤਿਆਰ ਹੋ ਕੇ ਤੇ ਘੁੰਮਣ ਲੱਗਿਆ। ਕਹਿੰਦਾ ਆਓ ਵੀ ਕਿਹੜਾ ਘੁਲਦਾ ਮੇਰੇ ਨਾਲ। ਕੋਈ ਉਹਨਾਂ ਘੁਲਣ ਨੂੰ ਤਿਆਰ ਨਹੀਂ ਸੀ। ਆਪਣੇ ਇਲਾਕੇ 'ਚ ਇੱਕ ਬਿਜਲੀ ਪਹਿਲਵਾਨ ਬੜਾ ਤਕੜਾ ਹੁੰਦਾ ਸੀਗਾ, ਲੋਕ ਡਰਦੇ ਸੀ ਉਸ ਦੇ ਕੋਲੋਂ ਘੁਲਣ ਤੋਂ। ਕੋਈ ਨਿਕਲਿਆ ਨਾ ਬਾਹਰ। ਇਹ ਸਿੱਖ ਲਾ ਕੇ ਕੱਪੜੇ ਤੇ ਗਾਂਹ ਨਿਕਲਿਆ, ਕਹਿੰਦਾ ਆ ਜਾ ਮੈਂ ਘੁਲੂੰਗਾ। ਸਾਰੇ ਹੱਸਣ ਲੱਗੇ, ਕਹਿੰਦੇ ਲੱਤਾਂ ਬਾਹਾਂ ਤੜਾਉਣੀਆਂ, ਇਹ ਨਾਲ ਤਾਂ ਪਹਿਲਵਾਨ ਨਹੀਂ ਘੁਲਦੇ, ਤੂੰ ਕਿਵੇਂ ਘੁਲ ਲੇਗਾ? ਕਹਿੰਦਾ ਮੈਂ ਤਾਂ ਇਸੇ ਨਾਲ ਹੀ ਘੁਲਣਾ। ਕਹੋ ਸਤਨਾਮ। ਉਹ ਪਹਿਲਵਾਨ ਵੀ ਹੈਰਾਨ, ਭਰਾਵਾ ਮੇਰੀ ਧੌਲ ਵੱਜੀ, ਤੇਰਾ ਕੋਈ ਲੱਤ ਬਾਂਹ ਟੁੱਟ ਜੂਗੀ, ਲੈਣ ਦੇ ਤੂੰ। ਇਹ ਘੋਲ ਐਵੇਂ ਨਹੀਂ ਹੁੰਦੇ, ਸਿੱਖਣੇ ਪੈਂਦੇ ਆ ਪਹਿਲਾਂ। ਕਹਿੰਦਾ ਮੈਂ ਤਾਂ ਅੱਜ ਹੀ ਘੁਲਣਾ। ਉਹਨੇ ਸੋਚਿਆ ਵੀ ਕਿਤੇ ਮਰਨ ਵਾਸਤੇ ਤਾਂ ਨਹੀਂ ਬੰਦਾ ਆ ਗਿਆ, ਪੁੱਛਾਂ ਤਾਂ ਸੀ ਆਇਆ, ਮੈਂ ਧੱਫਾ ਮਾਰਿਆ ਇਹਨੇ ਮਰ ਜਾਣਾ, ਮਿਸਰ ਲੱਗ ਜੂਗਾ। ਪੁੱਛਿਆ ਵੀ ਗੱਲ ਕੀ ਹੈ, ਦੱਸ ਮੈਨੂੰ। ਉਹ ਕਹਿੰਦਾ ਵੀ ਗੱਲ ਇਹ ਆ ਵੀ ਮੇਰੇ ਘਰੇ ਆਉਣੀ ਹੈ ਸੰਗਤ, ਮੈਂ ਛਕਾਉਣਾ ਉਹਨਾਂ ਨੂੰ ਭੋਜਨ, ਤੇ ਜਾਂ ਤਾਂ ਮੈਂ ਮਰ ਜਾਵਾਂ ਤੇ ਜਾਂ ਫਿਰ ਮੈਂ ਤੈਨੂੰ ਜਿੱਤ ਕੇ ਝੰਡੀ ਲੈ ਕੇ ਜਾਊਂਗਾ ਤੇ ਉਹਨਾਂ ਨੂੰ ਭੋਜਨ ਛਕਾਊਂਗਾ। ਕਹੋ ਸਤਨਾਮ ਸੀ। ਕਹਿੰਦਾ ਇਹ ਗੱਲ, ਚੱਲ ਫਿਰ ਘੁਲੀਏ। ਘੁਲਣੇ ਸ਼ੁਰੂ ਕੀਤਾ। ਹੁਣ ਉਹਨੇ ਹਲਕੇ ਹਲਕੇ ਧੱਫੇ ਮਾਰੇ। ਪਤਾ ਸੀ ਪਹਿਲੀ ਵਾਰ ਬੰਦਾ ਘੁਲਣ ਲੱਗਿਆ, ਐਵੇਂ ਕੋਈ ਹੱਡ ਬਾਂਹ ਟੁੱਟ ਨਾ ਜਾਵੇ। ਇੱਕ ਦੋ ਵਾਰੀ ਉਹਨੂੰ ਸਿੱਟਿਆ, ਇੱਕ ਦੋ ਵਾਰੀ ਆਪ ਡਿੱਗਿਆ ਤੇ ਅਖੀਰ ਆਪ ਹੀ ਲੰਮਾ ਪੈ ਗਿਆ ਢੂਈ ਭਰਨੇ। ਤੇ ਦੂਜਾ ਪਹਿਲਵਾਨ ਉੱਤੇ ਬਹਿ ਗਿਆ, ਸਿੱਖ ਜਿਹੜਾ ਸੀਗਾ। ਪਰ ਉਹ ਹੈਰਾਨ ਹੋਇਆ। ਅੱਜ ਇਦੋਂ ਪਹਿਲਾਂ ਉਹਨੇ ਬਹੁਤ ਪਹਿਲਵਾਨ ਢਾਏ, ਬਹੁਤ ਘੁਲਿਆ, ਬੜੀ ਖੁਸ਼ੀ ਹੁੰਦੀ, ਲੋਕ ਬੜੀ ਵਾਹ ਵਾਹ ਕਰਦੇ, ਬੜੇ ਪੈਸੇ ਮਿਲਦੇ, ਬੜਾ ਖੁਸ਼ ਹੁੰਦਾ। ਪਰ ਅੱਜ ਉਹਨੂੰ ਆਤਮਿਕ ਆਨੰਦ ਆਇਆ ਢਹਿ ਕੇ। ਕਹੋ ਸਤਨਾਮ ਸੀ। ਅੰਦਰੋਂ ਕੁਝ ਫੀਲ ਕੀਤਾ ਉਹਨੇ, ਕੁਝ ਖੁਸ਼ੀ ਉਹਨੂੰ ਅਲੱਗਾ ਆਈ ਅੰਦਰੋਂ। ਕਿਉਂਕਿ ਗੁਰੂ ਨਾਨਕ ਦੇ ਘਰ ਵਿੱਚ ਦੇ ਕੇ ਆਨੰਦ ਆਉਂਦਾ। ਸਤੀਆਂ ਮਨ ਸੰਤੋਖ ਉਪਜੈ, ਦੇਣਾ ਕਹਿ ਚਾਓ। ਤਾਂ ਗੁਰੂ ਪਿਆਰਿਓ, ਜਿਹਨੂੰ ਸੰਤੋਖ ਆ ਉਹੀ ਅੱਗੇ ਦੇਊਗਾ, ਲਾਲਚੀ ਤਾਂ ਇਕੱਠਾ ਕਰੂਗਾ। ਤਾਂ ਅੱਜ ਇਸ ਦੇ ਅੰਦਰ ਕੁਝ ਖੁਸ਼ੀ ਪੈਦਾ ਹੋਈ, ਕਿਉਂਕਿ ਇਸ ਨੇ ਮੰਨ ਲਿਆ ਸੀਗਾ ਕਿ ਮੈਂ ਢਹਿ ਜਾਵਾਂ ਤੇ ਇਹ ਝੰਡੀ ਇਹਨੂੰ ਦੇ ਦਈਏ। ਅੱਜ ਕਹੋ ਸਤਨਾਮ ਸ੍ਰੀ। ਢਹਿ ਕੇ ਉਹਨੇ ਖੁਸ਼ੀ ਫੀਲ ਕੀਤੀ, ਲੋਕਾਂ ਨੇ ਵਾਹ ਵਾਹ ਕੀਤੀ ਉਹ ਸਿੱਖ ਦੀ, ਤੇ ਉਹ ਝੰਡੀ ਉਹਨੂੰ ਦਿੱਤੀ ਗਈ। ਪਰ ਜਾਂਦਾ ਹੋਇਆ ਪਹਿਲਵਾਨ ਕਹਿੰਦਾ ਮੈਨੂੰ ਨਾਲ ਲੈ ਕੇ ਚੱਲ, ਕੱਲ੍ਹ ਨੂੰ ਮੈਂ ਵੀ ਤੇਰੇ ਘਰੇ ਉਹਨਾਂ ਮਹਾਂਪੁਰਸ਼ਾਂ ਦੇ ਦਰਸ਼ਨ ਕਰੂੰਗਾ ਜਿਹਨੇ ਤੈਨੂੰ ਇਹ ਸਿੱਖਿਆ ਦਿੱਤੀ ਆ। ਕਹੋ ਸਤਨਾਮ। ਅੱਜ ਤੱਕ ਮੈਨੂੰ ਐਸਾ ਆਨੰਦ ਨਹੀਂ ਆਇਆ। ਫਿਰ ਦੂਜੇ ਦਿਨ ਉਹਨਾਂ ਦੇ ਘਰੇ ਲੰਗਰ ਚੱਲੇ ਆ, ਪਾਤਸ਼ਾਹ ਉਹਨਾਂ ਦੇ ਘਰੇ ਗਏ, ਪੰਜਵੇਂ ਪਾਤਸ਼ਾਹ ਨਾਲ ਸੰਗਤਾਂ ਗਈਆਂ। ਫਿਰ ਲੰਗਰ ਦੇ ਵਿੱਚ ਗੱਲ ਚੱਲੀ ਤੇ ਫਿਰ ਉਸ ਨੂੰ ਹਾਜ਼ਰ ਕੀਤਾ। ਮਰਦ ਆ ਪਹਿਲਵਾਨ ਆ, ਇਹ ਤੁਹਾਨੂੰ ਮਿਲਣਾ ਚਾਹੁੰਦੇ। ਸਾਰੀ ਕਹਾਣੀ ਸੁਣਾਈ ਵੀ ਆਹ ਗੱਲ ਹੋਈ ਜੀ ਉੱਥੇ। ਅੱਛਾ ਫਿਰ ਕਿਵੇਂ ਆ? ਕਹਿੰਦਾ ਜੀ ਨੰਦ ਹੀ ਬੜਾ ਆਇਆ ਢਹਿ ਕੇ। ਅੱਜ ਤੱਕ ਢਾਹ ਕੇ ਉਹ ਨੰਦ ਨੇ ਢਹਿ ਕੇ ਆਇਆ।
ਫਿਰ ਇਹ ਸਟੋਰੀ ਜਿਹੜੀ ਮੈਂ ਤੁਹਾਨੂੰ ਸੁਣਾਈ ਆ, ਗੁਰੂ ਸਾਹਿਬ ਨੇ 2 ਪੰਕਤੀਆਂ ਵਿੱਚ ਬੰਨ੍ਹ ਦਿੱਤੀ। ਸੁਖੀ ਵਸੈ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਹੰਕਾਰੀਆ ਨਾਨਕ ਗਰਭ ਗਲੇ। ਤਾਂ ਇਸ ਤਰ੍ਹਾਂ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਉਹਨਾਂ ਤੇ। ਇਸ ਕਰਕੇ ਆਪਾਂ ਮਨੋਬਿਰਤੀਆਂ ਉੱਥੇ ਰੱਖੀਏ। ਕੀ ਕਹਿ ਰਿਹਾ ਹੈ? ਮਸਤਕ ਟੇਕ ਆਸ਼ਰਮ ਮੇ ਗਿਓ, ਖਾਣ ਪਾਣ ਸਤਿਗੁਰ ਤਬ ਕੀਓ। ਸਤਿਗੁਰ ਨੇ ਉਸ ਦਾ ਹੰਕਾਰ ਦੂਰ ਕਰਤਾ, ਉਹਦੀ ਦੁਬਦਾ ਦੂਰ ਕਰ ਦਿੱਤੀ। ਫਿਰ ਉਹਨੇ ਮੱਥਾ ਟੇਕਿਆ ਤੇ ਆਪਣੇ ਡੇਰੇ ਵਿੱਚ ਚਲਿਆ ਗਿਆ। ਸਤਿਗੁਰਾਂ ਦਾ ਵੀ ਲੰਗਰ ਤਿਆਰ ਹੋ ਗਿਆ ਸ਼ਾਮਾਂ ਦਾ, ਸਭ ਨੇ ਲੰਗਰ ਛਕਿਆ ਹੈ ਜੀ। ਸੁਪਤ ਜਥਾ ਸੁਖ ਨਿਸਾ ਬਿਤਾਈ, ਸੋਚ ਇਸ਼ਨਾਨ ਪ੍ਰਾਤ ਹੋਏ ਆਈ। ਇਸ ਤਰ੍ਹਾਂ ਗੁਰੂ ਪਿਆਰਿਓ ਫਿਰ ਆਰਾਮ ਕਰਨ ਲੱਗੇ, ਸਾਰੇ ਸੌਣ ਲੱਗੇ। ਆਰਾਮ ਕੀਤਾ, ਤੜਕੇ ਦਿਨ ਚੜ੍ਹਦਾ ਦੂਸਰਾ ਦੋਹਰਾ। ਡਰ ਹੈਨ ਪਰ ਜੀਨ ਤਬ, ਭਏ ਸਤਿਗੁਰੂ ਤਿਆਰ। ਪਾਤਸ਼ਾਹ ਕਹਿੰਦੇ ਚਲੋ ਸਿੰਘੋ ਅੱਗੇ ਚੱਲ ਗਏ। ਇੱਥੋਂ ਕਾਠੀਆਂ ਘੋੜਿਆਂ ਤੇ ਪਾਈਆਂ, ਘੋੜੇ ਤਿਆਰ ਪ੍ਰਤਿਆਰ ਕੀਤੇ ਔਰ ਗੁਰੂ ਪਿਆਰੋ ਚਾਲੇ ਪਾਉਂਦੇ ਹਨ। ਚੜੇ ਸਿੰਘ ਬਿਰਾੜ ਗਨ, ਚਲੇ ਉਜਾਰ ਉਜਾਰ। ਹੁਣ ਜੰਗਲ ਦਾ ਇਲਾਕਾ ਹੈ, ਆਪਣੇ ਮਾਲਵੇ ਦੇ ਇਲਾਕੇ ਨੂੰ ਪਾਤਸ਼ਾਹ ਆ ਰਹੇ ਆ ਉਧਰੋਂ। ਕਹਿੰਦੇ ਉਜਾੜ ਦੇ ਵਿੱਚ ਦੀ, ਜੰਗਲ ਦੇ ਵਿੱਚ ਦੀ ਤੁਰੇ ਜਾ ਰਹੇ ਹਨ। ਚੌਪਈ ਨ ਮੋਹੇ ਜਾਬ ਰਬ ਪ੍ਰਭ ਗਹੇ, ਤੈ ਕੀ ਨਰਗਨ ਆਵਤ ਪਏ। ਤਾਂ ਗੁਰੂ ਪਿਆਰਿਓ ਇਹ ਨਗਰ ਹੈ ਨਥੇਹਾ। ਨਥੇਹੇ ਪਿੰਡ ਵਿੱਚ ਆਏ ਸਤਿਗੁਰੂ ਪਾਤਸ਼ਾਹ ਔਰ ਉਥੋਂ ਦੇ ਲੋਕ ਕੁਝ ਅੱਗੋਂ ਮਿਲਦੇ ਹਨ। ਹੱਥ ਜੋਰ ਤਿਨ ਅਰਜ ਗੁਜਾਰੀ, ਆਪ ਚੁਮ ਹਜ਼ਰਤ ਕੀ ਮਾਰੀ। ਨਥੇਹੇ ਪਿੰਡ ਵਾਲੇ ਕਹਿੰਦੇ ਮਹਾਰਾਜ ਤੁਸੀਂ ਔਰੰਗਜ਼ੇਬ ਦੀ ਫੌਜ ਮਾਰ ਕੇ ਆਏ ਹੋ। ਇਸ ਥਲ ਕੀਜੇ ਨਹੀਂ ਮੁਕਾਮੋ, ਉਤਰਿਓ ਜਾਏ ਅਗਲੇ ਗ੍ਰਾਮੋ। ਤੇ ਤੁਸੀਂ ਮਹਾਰਾਜ ਇੱਥੇ ਨਾ ਉਤਰੋ, ਸਾਡੇ ਪਿੰਡ ਤੇ ਭੀੜ ਪੈ ਜਾਊਗੀ, ਕਿਉਂਕਿ ਸਰਕਾਰ ਸਾਡੇ ਐਂਟੀ ਹੋ ਜੂ। ਤੁਸੀਂ ਸਾਡੇ ਦੁਸ਼ਮਣ ਨੂੰ ਇੱਥੇ ਥਾਂ ਦਿੱਤਾ ਉਤਰਨ ਵਾਸਤੇ। ਨਥੇਹੇ ਪਿੰਡ ਵਾਲੇ ਕਹਿੰਦੇ ਗਾਹਾਂ ਜਾਓ, ਇੱਥੇ ਨਹੀਂ ਉਤਾਰਾ ਕਰਨਾ। ਬਿਨਤੀ ਸਹਿਤ ਆਪ ਕੋ ਕਹੈ, ਹਜ਼ਰਤ ਤੇ ਤਰਾਸਤ ਨਿਤ ਰਹੈ। ਅਸੀਂ ਤਾਂ ਡਰਦੇ ਹਾਂ ਔਰੰਗਜ਼ੇਬ ਤੋਂ, ਮੁੜ ਕੇ ਸਾਡੇ ਤੇ ਇਲਜ਼ਾਮ ਲਾ ਦੂਗਾ। ਦਿਨ ਪਰ ਕਿਰਪਾ ਕਰਤ ਚਲ ਪਰੇ, ਜਾਏ ਮਜਲ ਸਿਰ ਡੇਰਾ ਕਰੇ। ਪਾਤਸ਼ਾਹ ਕਹਿੰਦੇ ਚੰਗਾ ਭਾਈ ਅੱਗੇ ਲੰਘ ਜਾਂਦੇ ਆ। ਫੱਤੇ ਸਮੂਹ ਗ੍ਰਾਮ ਗਾਰੇ, ਖਰੇ ਤੁਰਗ ਕਰ ਜੀਨ ਉਤਾਰੇ। ਔਰ ਫੱਤਾ ਸਮੂਹ ਫਿਰ ਉੱਥੇ ਜਾ ਕੇ ਪਾਤਸ਼ਾਹ ਜੀ ਆਪਣੇ ਘੋੜੇ ਰੋਕਦੇ ਹਨ ਔਰ ਫੌਜ ਜਿਹੜੀ ਆ ਘੋੜਿਆਂ ਦੀਆਂ ਕਾਠੀਆਂ ਲਾਉਂਦੀ ਹੈ। ਸਹਿਜ ਸੁਭਾਇਕ ਠਾਂਡੇ ਵਿਚਰਤ, ਸਿਮਰ ਲਗੇ ਕੋ ਹਿਰਤ ਉਤਿਤ। ਔਰ ਇੱਥੇ ਸਤਿਗੁਰਾਂ ਦਾ ਤੰਬੂ ਲੱਗ ਗਿਆ, ਇੱਥੇ ਪੜਾਅ ਹੋ ਗਿਆ, ਘੋੜੇ ਬੰਨ੍ਹ ਦਿੱਤੇ, ਇੱਧਰ ਉੱਧਰ ਵੇਖਣ ਲੱਗੇ ਜੀ। ਇਸ ਚਿਨ ਪੁੰਜ ਹਰੀ ਕੇ ਆਏ, ਲੂੰਗੀ ਖੇਸ ਭੇਟ ਇਤ ਲਿਆਏ। ਤੋ ਗੁਰੂ ਪਿਆਰਿਓ ਫਿਰ ਹਰੀ ਕੇ ਪਿੰਡ ਵਾਲੇ ਲੋਕਾਂ ਨੂੰ ਪਤਾ ਲੱਗਿਆ ਗੁਰੂ ਸਾਹਿਬ ਆ ਰਹੇ ਨੇ ਸਾਡੇ ਇਲਾਕੇ 'ਚ। ਤਾਂ ਇੱਕ ਖੇਸ ਤੇ ਇੱਕ ਲੂੰਗੀ। ਲੂੰਗੀ ਕੀ ਹੁੰਦੀ ਆ? ਤੇੜ ਬੰਨ੍ਹਣ ਵਾਲੀ ਚਾਦਰ। ਕਹੋ ਸਤਨਾਮ। ਜ਼ਿਆਦਾ ਹਿੰਦੂ ਲੋਕ ਬੰਨ੍ਹਦੇ ਆ। ਇਹਨਾਂ ਨੇ ਇੱਕ ਲੂੰਗੀ ਔਰ ਇੱਕ ਖੇਸ ਲਿਆ ਕੇ ਮੱਥਾ ਟੇਕਿਆ ਜੀ। ਕਰ ਪਰ ਧਰ ਕਰ ਅਗਰ ਦਿਖਾਏ, ਕੀਨ ਬੰਦਨਾ ਗਰੀਬ ਨਿਭਾਏ। ਔਰ ਹੱਥ ਉੱਤੇ ਰੱਖ ਕਰਕੇ ਸਤਿਗੁਰਾਂ ਦੇ ਅੱਗੇ ਵਿਖਾਉਂਦੇ ਹਨ ਤੇ ਮੱਥਾ ਟੇਕਦੇ ਹਨ। ਇਹ ਪ੍ਰਭ ਜੀ ਸਭ ਗ੍ਰਾਮ ਹਮਾਰੇ, ਧੰਨ ਭਾਗ ਪੇ ਦਰਸ ਨਿਹਾਰੇ। ਕਹਿਣ ਲੱਗੇ ਹੈ ਫੱਤੇ ਸਮੂਹ ਵਾਲੇ ਇਹ ਸਾਰੇ ਨਗਰ ਸਾਡੇ ਹੀ ਆ ਮਹਾਰਾਜ, ਧੰਨ ਭਾਗ ਹੈ ਸਾਡੇ ਕਿ ਤੁਸੀਂ ਦਰਸ਼ਨ ਦਿੱਤੇ। ਇੱਕ ਲੂੰਗੀ ਸਤਿਗੁਰੂ ਉਠਾਏ, ਕੱਟ ਤੱਟ ਕੇ ਲਪੇਟ ਚੁਹਵਾਏ। ਸਤਿਗੁਰਾਂ ਨੇ ਉਹਨਾਂ ਦੇ ਹੱਥਾਂ ਤੋਂ ਲੂੰਗੀ ਚੱਕੀ ਆ ਖੇਸ ਉੱਤੋਂ, ਤੇ ਉਹ ਲੂੰਗੀ ਚੱਕ ਕੇ ਪਾਤਸ਼ਾਹ ਨੇ ਤੇੜ ਬੰਨ੍ਹ ਕੇ ਦੇਖੀ ਆ, ਲੱਕ ਤੇ ਬੰਨ੍ਹ ਕੇ ਦੇਖੀ ਆ। ਔਰ ਖੇਸ ਕੋ ਖੋਲ ਵਿਸਾਲੇ, ਦਵੈ ਸਿਕੰਦ ਦਵੈ ਛੋਰਨ ਡਾਲੇ। ਔਰ ਫੇਰ ਖੇਸ ਵੀ ਚੱਕ ਕੇ ਮੋਢਿਆਂ ਤੇ ਸਿੱਟ ਲਿਆ ਸਤਿਗੁਰਾਂ ਨੇ, ਭਾਵ ਲੈਣਾ ਕੀਤਾ। ਦੋਨੇ ਕਿਨਾਰੇ ਇਉਂ ਉੱਤੋਂ ਦੀ ਲਮਕਾਏ ਹਨ। ਬੇਸ ਬਣਾਏ ਬੇਸ ਤਿਸ ਦੇਸ਼, ਖੜੇ ਪਏ ਗੁਰ ਫਬੇ ਵਿਸ਼ੇਸ਼। ਜੈਸਾ ਦੇਸ਼ ਵੈਸਾ ਭੇਸ। ਹੁਣ ਜੰਗਲ ਦੇ ਇਲਾਕੇ ਦੇ ਲੋਕ, ਗਰੀਬ ਲੋਕ ਇਹੀ ਕਰਦੇ ਸੀ ਨਾ, ਉੱਤੇ ਲੈਣ ਨੂੰ ਆਹੀ ਖੇਸ ਕੰਬਲ ਹੁੰਦੇ ਸੀਗੇ ਤੇ ਤੇੜ ਲੂੰਗੀਆਂ ਬੰਨ੍ਹਦੇ। ਦਰਜੀ ਇੱਥੇ ਕਿਹੜੇ ਹੋਣੇ ਆ ਵਿਚਾਰੇ, ਇਦਾਂ ਦੇ ਕੱਪੜੇ ਪਾਉਂਦੇ ਸੀ। ਪਾਤਸ਼ਾਹ ਕਹਿੰਦੇ ਜੈਸਾ ਦੇਸ਼ ਪੈਸਾ ਵੇਸ। ਕਹਿੰਦੇ ਲਓ ਵੀ ਆਹ ਹੋ ਗਿਆ ਜੰਗਲ ਦਾ ਭੇਸ਼। ਤੇ ਸਿੰਘ ਕਹਿਣ ਲੱਗੇ ਦੂਰੋਂ ਖੜੇ, ਕਹਿੰਦਾ ਜੀ ਬੜੇ ਸੋਹਣੇ ਲੱਗਦੇ ਹੋ। ਲੂੰਗੀ ਬੰਨੀ ਲੱਕ ਤੇ ਪਾਤਸ਼ਾਹ ਨੇ ਔਰ ਖੇਸ ਸਿੱਟਿਆ ਮੋਢਿਆਂ ਤੇ, ਤੇ ਸਿੰਘ ਕਹਿੰਦੇ ਜੀ ਬੜੇ ਸੋਹਣੇ ਲੱਗਦੇ ਹੋ। ਮਾਨ ਸਿੰਘ ਸ਼੍ਰੀ ਪ੍ਰਭ ਸਨ ਪਨਿਓ, ਇਹ ਤਨਖਾਹ ਉਚਿਤ ਕ੍ਰਿਤ ਜਨਿਓ। ਤੇ ਪਰ ਮਾਨ ਸਿੰਘ ਕਹਿਣ ਲੱਗਿਆ ਮਹਾਰਾਜ ਇਹ ਤਾਂ
ਤੁਹਾਨੂੰ ਤਨਖਾਹ ਲੱਗੂਗੀ। ਮੁਸਕਾਵਤ ਮੁਖ ਸ਼੍ਰੀ ਪ੍ਰਭ ਭਨੈ ਨਿਤੇ ਸੁਚੇਤ ਖਾਲਸਾ ਭਨੈ। ਕਹਿਣ ਲੱਗੇ ਪਾਤਸ਼ਾਹ ਹੱਸ ਕੇ ਕਹਿੰਦੇ ਸ਼ੁਕਰ ਹੈ ਮੇਰਾ ਖਾਲਸਾ ਸੁਚੇਤ ਹੈ। ਪੁਨ ਗੁਰ ਕਹਿਓ ਦੇਸ਼ ਤਸ ਭੇਸ ਲੂੰਗੀ 150 ਮੋਢੇ ਖੀਸ। ਤੇ ਪਾਤਸ਼ਾਹ ਜੀ ਕਹਿੰਦੇ ਜੈਸਾ ਦੇਸ਼ ਤੈਸਾ ਭੇਸ ਲੂੰਗੀ ਤੇੜ ਤੇ ਮੋਢੇ ਖੇਸ। ਏਰ ਹਰੀ ਕੇ ਰਾਹਕ ਦਿਸ ਕੋ ਕੀਨੋ ਚਾਰਨ ਆਇਸ ਅਸ ਕੋ। ਇੰਨਾ ਕਹਿ ਕੇ ਸਤਿਗੁਰੂ ਪਾਤਸ਼ਾਹ ਹਰੀ ਕੇ ਪਿੰਡ ਵਾਲੇ ਲੋਕਾਂ ਨੂੰ ਕੀ ਕਹਿੰਦੇ ਨੇ? ਇਸ ਮੈਂ ਚੌਦਿਸ ਰਹੋ ਹਮਾਰੇ ਜਾਗਰਤ ਵਿੱਚ ਰਹੋ ਤਿਸਕਾਰੇ। ਤੇ ਪਿੰਡ ਵਾਲੇ ਨੂੰ ਕਹਿੰਦੇ ਵੀ ਅੱਜ ਰਾਤ ਨੂੰ ਸਾਡੇ ਕੋਲੇ ਰਹਿਣਾ ਤੁਸੀਂ, ਅਸੀਂ ਇੱਥੇ ਪੜਾ ਕਰਾਂਗੇ, ਤੁਸੀਂ ਪਹਿਰਾ ਦੇਣਾ, ਤੁਸੀਂ ਸਾਡੇ ਕੋਲ ਰਹਿਣਾ ਹੈ, ਰਾਤ ਨੂੰ ਜਾਗਦੇ ਰਹਿਣਾ ਹੈ, ਅਸੀਂ ਇੱਥੇ ਆਰਾਮ ਕਰਾਂਗੇ, ਤੜਕੇ ਜਾਇਓ। ਸਾਵਧਾਨ ਬਨ ਸ਼ਾਸਤਰ ਤਾਰੀ ਪਹਿਰਾ ਦੀਜੇ ਜਾਮਣ ਸਾਰੀ। ਸਾਵਧਾਨ ਹੋ ਕੇ ਸਾਰੀ ਰਾਤ ਪਹਿਰਾ ਦਿਓ ਸਾਡੇ ਕੋਲ। ਮਤ ਹਰੀ ਕੇ ਸੁਣਤ ਵਖਾਨੇ ਹਨ ਹਮ ਕਿਸ ਤੇ ਡਰ ਮਾਨੈ। ਤੇ ਹਰੀ ਕੇ ਵਾਲੇ ਉਹ ਨਗਰ ਕਹਿਣ ਲੱਗੇ ਮਹਾਰਾਜ ਡਰੋ ਨਾ, ਇੱਥੇ ਤੁਹਾਨੂੰ ਕਿਸੇ ਦਾ ਡਰ ਨਹੀਂ ਹੈ। ਤੁਮ ਪੀ ਨ ਕੀ ਜੋ ਚਿਤ ਸ਼ੰਕਾ ਸਪ ਤੋ ਨਿਸਮਹੀਨ ਆਤੰਕਾ। ਤੁਸੀਂ ਆਰਾਮ ਨਾਲ ਸੌਂ ਜਾਓ, ਡਰ ਕੱਢ ਕੇ, ਕੋਈ ਖਤਰਾ ਨਹੀਂ ਸਾਡੇ ਇਲਾਕੇ 'ਚ। ਗੁਰ ਗੁਰ ਬੋਲੇ ਕਾਰ ਜ਼ਰੂਰ ਪਹਿਰਾ ਦੇਵੋ ਬਨੇ ਜ਼ਰੂਰ। ਪਾਤਸ਼ਾਹ ਕਹਿੰਦੇ ਗੱਲ ਸੁਣੋ, ਤੁਹਾਡੀ ਡਿਊਟੀ ਲਾਤੀ ਆ, ਤੁਹਾਨੂੰ ਪਹਿਰਾ ਦੇਣਾ ਹੀ ਪੈਣਾ ਇੱਥੇ। ਉਂਡਣ ਬਾਹਰ ਨਾ ਮਾਨਿਓ ਬੈਨ ਹਮਰੇ ਗ੍ਰਾਮ ਤਰਾਸ਼ ਕਿਸ ਹੈ ਨਾ। ਉਹਨਾਂ ਨੇ ਫੇਰ ਗੱਲ ਕੱਟਤੀ, ਕਹਿੰਦੇ ਨਹੀਂ ਮਹਾਰਾਜ ਇੱਥੇ ਕਿਸੇ ਦਾ ਡਰ ਨਹੀਂ ਹੈਗਾ। ਸੁਪਤ ਜਥਾ ਸੁਖ ਰਾਤ ਬਿਤਾਵੋ ਨਾਹਿਨ ਕੋ ਸ਼ੰਕਾ ਮਨ ਲਿਆਵੋ। ਐਵੇਂ ਨਾ ਸ਼ੰਕਾ ਕਰੋ ਕੋਈ, ਤੁਸੀਂ ਆਰਾਮ ਨਾਲ ਸੌਂ ਜਾਓ। ਅੱਗੇ ਪਾਤਸ਼ਾਹ ਕੀ ਕਹਿੰਦੇ ਆਪਾਂ ਕੱਲ ਨੂੰ ਸਰਵਣ ਕਰਾਂਗੇ। ਹੁਣ ਸਮਾਂ ਸਮਾਪਤੀ ਤੇ ਹੈ, ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇ ਇੱਕ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਹੇ ਅਚੁਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ ਪੰਜਨ ਗੁਣਤਾਸ। ਹੇ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੀਕ। ਹੇ ਗੋਬਿੰਦ ਹੈ ਗੁਣ ਨਿਧਾਨ ਜਾਕੇ ਸਦਾ ਬਵੇਕ। ਹੇ ਅਪਰੰਪਰ ਹਰ ਹਰੇ ਬੇਹੋ ਬਨਹਾਰ। ਹੇ ਸੰਤ ਕੈ ਸਦਾ ਸੰਗ ਦਾਰਾ ਆਧਾਰ। ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ ਰਾਖੋ ਹੀ ਪਰੋਏ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਏਕ ਓੰਕਾਰ ਸਤਿਗੁਰੂ ਇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਵਿਗਨ ਹੈ। ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਬੱਤ ਸੰਗਤਾਂ ਦਾ।